ਸਤਿ ਸ੍ਰੀ ਅਕਾਲ। ਮੈਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਸਿਆਸਤ ਦੇ ਰੰਗ। ਅੱਜ ਸਵੇਰ ਹੁੰਦੇ ਸਿਆਸਤ ਦੇ ਰੰਗ ਦਿਖਣੇ ਸ਼ੁਰੂ ਹੋਏ, ਪਰ ਕਿਰਦਾਰ ਨਵਾਂ ਆਇਆ। ਕਿਰਦਾਰ ਕੌਣ ਸੀਗਾ? ਨਵਜੋਤ ਸਿੰਘ ਸਿੱਧੂ ਦੀ ਭੈਣ। ਨਵਜੋਤ ਸਿੰਘ ਸਿੱਧੂ ਦੀ ਵੱਡੀ ਭੈਣ ਮੀਡੀਆ ਦੇ ਸਾਹਮਣੇ ਮੁਖਾਤਬ ਹੁੰਦੀ ਹੈ ਤੇ ਬਹੁਤ ਵੱਡੇ ਆਰੋਪ ਲਾਏ ਨਵਜੋਤ ਸਿੰਘ ਸਿੱਧੂ ਦੇ। ਉਹ ਵੀ ਦੇਖਾਂਗੇ। ਇਹ ਸਭ ਤੋਂ ਵੱਡੀ ਚਰਚਾ ਅੱਜ ਬਣੀ ਰਹੀ ਸ਼ਾਮ ਹੋਣ ਤੱਕ ਕਿ ਇਹ ਕਿਵੇਂ ਇੱਕਦਮ ਨਵਜੋਤ ਸਿੰਘ ਸਿੱਧੂ ਨੂੰ ਘੇਰਿਆ ਜਾ ਰਿਹਾ। ਖੈਰ, ਇਸ ਤੇ ਚਰਚਾ ਆਪਾਂ ਕਰਨੀ ਹੈ। ਫਿਰ ਉਧਰ ਸੁਖਪਾਲ ਖਹਿਰਾ, ਉਹ ਵੀ ਰਿਹਾ ਹੁੰਦੇ ਨੇ ਪਟਿਆਲਾ ਜੇਲ੍ਹ ਤੋਂ ਬਾਹਰ ਆਉਂਦੇ ਹੀ ਕੀ ਕੁਝ ਕਹਿੰਦੇ ਨੇ ਤੇ ਕਿੰਦੀ ਮਿਲੀ ਭਗਤ ਦੀ ਗੱਲ ਕਰਦੇ ਨੇ, ਉਸ ਤੇ ਵੀ ਗੱਲ ਕਰਾਂਗੇ। ਤੇ ਨਾਲ ਹੀ ਮਜੀਠੀਆ ਜੀ ਉਧਰ ਅੰਮ੍ਰਿਤਸਰ, ਉਹਨਾਂ ਨੇ ਆਪਦੇ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ, ਮਜੀਠੀਆ ਤੋਂ ਵੀ ਤੇ ਅੰਮ੍ਰਿਤਸਰ ਈਸਟ ਤੋਂ ਵੀ। ਅੰਮ੍ਰਿਤਸਰ ਈਸਟ ਵਾਲੀ ਸੀਟ ਦੀ ਲਗਭਗ ਡੇਲੀ ਚਰਚੇ ਹੋਣਗੇ ਕਿਉਂਕਿ ਇਹ ਸੀਟ ਹਾਲੇ ਤੱਕ ਹੌਟ ਸੀਟ ਮੰਨੀ ਜਾ ਰਹੀ ਹੈ ਕਿਉਂਕਿ ਦੋ ਦਿੱਗਜ ਇੱਥੋਂ ਖੜੇ ਨੇ। ਸਵਾਲ ਮਜੀਠੀਆ ਜੀ ਦੀ ਮੁੱਛਦਾ ਹੈ ਤੇ ਉਧਰ ਨਵਜੋਤ ਸਿੰਘ ਸਿੱਧੂ ਦੇ ਕੰਮ, ਜਿਹਦੇ ਨਵਜੋਤ ਸਿੰਘ ਸਿੱਧੂ ਦਾ ਜਿਵੇਂ ਕਿਰਦਾਰ ਹੈ ਉਹਨਾਂ ਦਾ ਵੀ ਹੈ। ਖੈਰ, ਹੁਣ ਇਹ ਸਾਰੀਆਂ ਖਬਰਾਂ ਦੇ ਚਰਚਾ ਕਰਨ ਲਈ ਆਪਣੇ ਨਾਲ ਮੌਜੂਦ ਨੇ ਜਸਬੀਰ ਪੱਟੀ ਜੀ, ਤੇ ਪਕੜ ਰੱਖਦੇ ਨੇ ਉਹਨਾਂ ਦੀ ਨਜ਼ਰ ਤੋਂ ਦੇਖਦੇ ਆ ਵੀ ਅੱਜ ਦੇ ਸਿਆਸਤ ਦੇ ਰੰਗ, ਸਿਆਸਤ ਕਿੱਧਰ ਕਿੱਧਰ ਕਿਵੇਂ ਕਿਵੇਂ ਰੰਗ ਬਦਲਿਆ ਉਹਨੇ। ਆਓ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਬੱਟੀ ਜੀ। ਮੇਰੇ ਵੱਲੋਂ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਪੱਟੀ ਜੀ, ਸਵੇਰੇ ਧਮਾਕੇ ਪਏ ਤੇ ਮੈਂ ਸੋਚ ਰਿਹਾ ਸੀ ਵੀ ਕੱਲ ਹਾਲੇ ਰਾਹੁਲ ਗਾਂਧੀ ਜੀ ਦੀ ਫੇਰੀ ਖਤਮ ਹੋਈ ਹੈ ਤੇ ਕਾਂਗਰਸ ਨੇ ਇੱਕ ਠੋਕ ਕੇ ਦਿਖਾਇਆ ਵੀ ਸਟੇਜ ਤੇ ਖੜੇ ਹੋ ਕੇ ਚੰਨੀ ਜੀ ਕਹਿੰਦੇ ਜਿਹਨੂੰ ਮਰਜ਼ੀ ਐਲਾਨ ਕਰ ਦਿਓ ਤੇ ਮੈਂ ਪਾਰਟੀ ਦੇ ਨਾਲ ਖੜਾ ਰਹਾਂਗਾ। ਤੇ ਲੱਗ ਰਿਹਾ ਸੀ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਐਜ਼ ਏ ਸੀਐਮ ਥੋੜੇ ਜਿਹੇ ਖਵਾਬ ਲੈ ਕੇ ਸੁੱਤੇ ਵੀ ਹੋਣਗੇ ਕਿ ਸਵੇਰੇ ਮੇਰੇ ਹੁਣ ਸਾਰਾ ਕੁਝ ਸ਼ਾਇਦ ਸੈੱਟ ਹੋ ਰਿਹਾ। ਪਰ ਸਵੇਰ ਹੁੰਦੇ ਹੁੰਦੇ ਦਾ ਬੜਾ ਇੱਕ ਅਜੀਬ ਜਿਹਾ ਧਮਾਕਾ ਪੈ ਗਿਆ ਕਿ ਜਦੋਂ ਉਹਨਾਂ ਦੀ ਭੈਣ ਮੀਡੀਆ ਦੇ ਸਾਹਮਣੇ ਮੁਖਾਤਬ ਹੁੰਦੀ ਹੈ ਤੇ ਬੜੇ ਵੱਡੇ ਆਰੋਪ ਲਾਏ ਨੇ। ਜੀ ਜੀ ਜੀ। ਤੇ ਆਓ ਪਹਿਲਾਂ ਦਿਖਾ ਦਿੰਦੇ ਆ ਕਿ ਆਰੋਪ ਕੀ ਲਾਏ ਨੇ, ਫਿਰ ਉਸ ਤੇ ਤੁਹਾਡੀ ਟਿੱਪਣੀ ਜ਼ਰੂਰ ਲਾਂਗੇ। ਜਦੋਂ ਮੇਰੀ ਭੈਣ ਮਰੀ, ਉਹਦੀਆਂ ਅੱਖਾਂ ਪੂਰੀਆਂ ਕੰਮ ਨਹੀਂ ਸੀ ਕਰਦੀਆਂ, ਬਿਮਾਰ ਸੀ। ਉਹ ਆਪਣੀ ਕੁੜੀ ਕੋਲ ਹੁਸ਼ਿਆਰਪੁਰ ਰਹਿੰਦੀ ਸੀ, ਉਹ ਵਿਡੋ ਸੀ, ਉਹ ਮੀਡੀਓਕਰ ਸੀਗੀ। ਉਹ ਚੰਡੀਗੜ੍ਹੋਂ ਗੱਡੀ ਵਿੱਚ ਆ ਰਹੀ ਸੀ ਆਪਣੇ ਜਵਾਨ ਪੁੱਤਰ ਨਾਲ ਤੇ ਆਪਣੇ ਕੁੜੀ ਦੇ ਘਰ ਵਾਲੇ ਨਾਲ, ਤੇ ਨਾਲ ਉਹਦੀ ਕੁੜੀ ਦਾ ਮੁੰਡਾ ਜਿਹੜਾ ਸਪੈਸ਼ਲ ਨੀਡ ਬੱਚਾ ਹੈ, ਉਹ ਆਟਿਸਟਿਕ ਹੈ, ਉਹਦੇ ਨਾਲ ਉਹ ਆ ਰਹੀ ਸੀ। ਤੇ ਉਹਨਾਂ ਦੀ ਗੱਡੀ ਹੁਸ਼ਿਆਰਪੁਰ ਦੇ ਕੋਲ ਆ ਕੇ ਟਰੱਕ ਦੇ ਥੱਲੇ ਚਲੀ ਗਈ ਤੇ ਤਿੰਨੋਂ ਜਾਣਿਆਂ ਦੀ ਉੱਥੇ ਹੀ ਸੜਕ ਤੇ ਡੈਥ ਹੋ ਗਈ। ਇਹਨੂੰ ਖਬਰ ਮਿਲੀ ਮੇਰੇ ਭਰਾ ਨੂੰ, ਜੀਨ ਜੋਗੇ ਨੂੰ। ਇਹਦੇ ਕੋਲ ਟਾਈਮ ਨਹੀਂ ਸੀ 2 ਮਿੰਟ ਵੀ ਆਪਣੀ ਭੈਣ ਦੀ ਲਾਸ਼ ਦੇਖ ਲੈਂਦਾ। ਉਹ 3 ਬੰਦੇ ਜਿਹੜੇ ਸੜਕ ਤੇ ਪਏ ਸੀ, ਇਹ ਨਹੀਂ ਗਿਆ, ਕੋਈ ਨਹੀਂ ਗਿਆ ਉੱਥੇ। ਮੇਰਾ ਭਾਂਜਾ ਤੇ ਮੇਰੀ ਭਾਂਜੀ ਦਾ ਘਰ ਵਾਲਾ ਤੇ ਉਹਦਾ ਬੱਚਾ ਜਿਹੜਾ ਆਟਿਸਟਿਕ ਹੈ, ਸਪੈਸ਼ਲ ਨੀਡ ਬੱਚਾ ਹੈ, ਉਹਨੂੰ ਪਤਾ ਨਹੀਂ ਕਿਵੇਂ ਗੱਡੀ ਚੋਂ ਕੱਢਿਆ। ਮੈਂ ਦੂਜੇ ਦਿਨ ਇੱਥੇ ਆਈ ਅਮਰੀਕਾ ਤੋਂ, ਉਸੇ ਟਾਈਮ ਚੜ੍ਹ ਕੇ, ਤੇ ਮੇਰੀ ਭਾਂਜੀ ਨੇ ਮੈਨੂੰ ਦੱਸਿਆ ਵੀ ਉਹਨੇ 3 ਬੰਦਿਆਂ ਨੂੰ ਦਾਗ ਉਹਨੇ ਲਾਇਆ ਕੁੜੀ ਹੋ ਕੇ। ਮੈਂ ਬੜੀ ਕੋਸ਼ਿਸ਼ ਕੀਤੀ। ਮੈਂ 20 ਮੈਂ ਇੱਥੇ 13 ਜਨਵਰੀ ਨੂੰ ਆਈ ਸੀ। ਮੈਂ 20 ਜਨਵਰੀ ਇਹਦੇ ਕੋਲ ਅੰਮ੍ਰਿਤਸਰ ਗਈ। ਮੈਨੂੰ ਪਤਾ ਲੱਗਾ ਕਿਸੇ ਤੋਂ ਵੀ ਉੱਥੇ ਹੈ, ਕਿਉਂਕਿ ਮੈਨੂੰ ਇਹਨੇ ਬਲੌਕ ਕੀਤਾ ਹੋਇਆ। ਮੇਰੇ ਕੋਈ ਟੈਲੀਫੋਨ ਦਾ ਜਵਾਬ ਨਹੀਂ, ਕੁਛ ਨਹੀਂ, WhatsApp ਕੁਛ ਨਹੀਂ। ਮੈਨੂੰ ਪਤਾ ਲੱਗਾ, ਮੈਂ ਉੱਥੇ ਗਈ ਵੀ ਮੈਂ ਇਹਦੇ ਨਾਲ ਗੱਲ ਕਰਕੇ, ਮੈਂ ਇਹਦੇ ਨਾਲ ਗੱਲ ਕਰਾਂ, ਸ਼ਹਿਰੀ ਕੀ ਕਰ ਰਿਹਾ ਬੇਟਾ, ਥੋੜੀ ਅਕਲਮੰਦੀ ਕਰੀਏ ਆਪਾਂ ਆਪਣਾ। ਮੈਂ ਆਪਣਾ ਚੱਗਾ ਨਾ ਚੱਕਾ, ਮੈਂ ਆਪਣਾ ਢਿੱਡ ਨਾ ਨੰਗਾ ਕਰਾਂ। ਪਰ ਇਹਨੇ ਮੈਨੂੰ ਅੰਦਰ ਨਹੀਂ ਵੜਨ ਦਿੱਤਾ। ਮੈਨੂੰ ਘਰ ਦੇ ਗੇਟ ਤੋਂ ਅੰਦਰ ਨਹੀਂ ਮੈਂ ਜਾ ਸਕੀ। ਮੈਂ ਇਹਨੂੰ ਰਿਕੁਐਸਟ ਕੀਤੀ ਉਦੋਂ, ਮੈਂ ਕਿਹਾ ਸ਼ਹਿਰੀ ਬੇਟਾ ਏਦਾਂ ਕਰੋ,
ਮੇਰੀ ਮਾਂ ਆਪਣੀ ਮਾਂ ਕੋਲ ਜਾਏਗੀ, ਉਹਦੇ ਕੋਲ ਹੋਰ ਕੋਈ ਜਗ੍ਹਾ ਨਹੀਂ। ਉਹਦੀ ਮਾਂ ਲੁਧਿਆਣੇ ਰਹਿੰਦੀ ਸੀ ਵਿਡੋ। ਮੈਂ ਕਿਹਾ ਬੇਟਾ ਗੱਡੀ ਭੇਜ ਦੇ ਤਾਂ ਕਿ ਮੇਰੀ ਮਾਂ ਦੀ ਇੰਨੀ ਇੱਜ਼ਤ ਆ ਜੀ, ਆਪਣੇ ਦੋਨਾਂ ਦੀ ਮਾਂ ਦੀ, ਵੀ ਪਟਿਆਲੇ ਆਈ ਹੈ, ਪੁੱਤ ਨੇ ਗੱਡੀ 'ਚ ਭੇਜਿਆ ਆਪਣੀ ਮਾਂ ਨੂੰ। ਕਹਿੰਦਾ ਨਹੀਂ, ਇਹਦੇ ਲਈ ਕੱਖ ਨਹੀਂ ਹੈ, ਇਹ ਪੈਦਲ ਜਾਏ, ਇਹ ਬੱਸ 'ਚ ਜਾਏ, ਇਹਦੇ ਲਈ ਗੱਡੀ ਨਹੀਂ ਹੈ। ਉਹ ਗੱਡੀ 4655 ਮੈਨੂੰ ਅੱਜ ਵੀ ਯਾਦ ਹੈ, ਚਿੱਟੀ ਅੰਬੈਸਡਰ, ਪਹਿਲੀ ਗੱਡੀ ਜਿਹੜੇ ਮੇਰੇ ਮਾਂ ਪਿਓ ਦੀ ਸੀ। ਔਰ ਬਠਿੰਡੇ ਤੋਂ ਇੱਕ ਮੇਰੇ ਫਾਦਰ ਦੇ ਦੋਸਤ ਸੀ ਜਿਨ੍ਹਾਂ ਨੇ ਉਹਨਾਂ ਨੂੰ ਲੋਨ ਲੈ ਕੇ ਦਿੱਤਾ ਸੀ ਉਸ ਗੱਡੀ ਲਈ। 2 ਸਾਲ ਦਾ, ਮੈਨੂੰ ਨਹੀਂ ਪਤਾ ਮੇਰੀਆਂ ਭੈਣਾਂ ਤੇ ਮਾਂ, ਆ ਮੈਂ ਫੋਟੋ ਦਿਖਾ ਰਹੀ ਹਾਂ ਤੁਹਾਨੂੰ, ਇਹ 2 ਸਾਲ ਦਾ ਲੱਗਦਾ ਤੁਹਾਨੂੰ? ਤੁਸੀਂ ਦੱਸ ਦਿਓ। ਇਹ ਅਸੀਂ ਭੈਣਾਂ, ਇਹ ਅਸੀਂ 2 ਭੈਣਾਂ, ਮੇਰਾ ਪਿਓ, ਆ ਮੈਂ ਆ ਮੇਰੀ ਭੈਣ ਇੱਧਰ, ਆ ਮੇਰੇ ਫਾਦਰ, ਆ ਸ਼ਹਿਰੀ ਹੈ, ਆ ਜਿਹੜਾ ਪਿੱਛੇ ਸਰਦਾਰ ਬੰਦਾ ਹੈ ਮੇਰੇ ਤਾਇਆ ਜੀ ਦਾ ਮੁੰਡਾ, ਜਿਹਦੇ ਵਿਆਹ ਤੇ ਫੋਟੋ ਲਿੱਤੀ ਗਈ ਹੈ, ਅਮਰਜੀਤ ਸਿੰਘ ਸਿੱਧੂ। ਇਹ 2 ਸਾਲ ਦਾ ਹੈ। ਹੋ ਸਕਦਾ ਮੇਰੀਆਂ ਅੱਖਾਂ ਨੂੰ ਭੁਲੇਖਾ ਪੈਂਦਾ ਹੋਵੇ। ਮੇਰੀ ਮਾਂ ਇਹਦੇ ਕੋਲ ਗਈ ਲੁਧਿਆਣੇ ਤੋਂ, ਇਹਨੂੰ ਪੁੱਛਣ ਵੀ ਸ਼ਹਿਰੀ ਆ ਕੀ ਹੈ, ਤੂੰ ਝੂਠ ਕਿਉਂ ਬੋਲ ਰਿਹਾ? ਇਹ ਕਹਿੰਦਾ ਮੈਂ ਨਹੀਂ ਕਿਹਾ ਮੰਮੀ, ਇਹ ਕਿਸੇ ਹੋਰ ਨੇ ਕਿਹਾ। ਉਹ ਕਹਿੰਦੇ ਫਿਰ ਤੂੰ ਉਦੋਂ ਕਿਉਂ ਨਹੀਂ ਕਿਹਾ ਜਦ ਤੂੰ ਕੋਲ ਸੀ ਵੀ ਇਹ ਝੂਠ ਹੈ, ਤੂੰ ਚੁੱਪ ਕਿਉਂ ਰਿਹਾ? ਉਹ ਬਿਮਾਰ ਸੀ ਜਨਾਨੀ, ਉਹਨੂੰ ਡਾਇਬੀਟਿਸ ਸੀ, ਉਹਦੀ ਅੱਖਾਂ ਤੇ ਬਹੁਤ ਅਸਰ ਸੀ, ਪਰ ਉਹਨੇ ਇਸ ਤੋਂ ਇੱਕ ਕਦੀ ਧੇਲਾ ਨਹੀਂ ਮੰਗਿਆ, ਨਾ ਇਹਨੇ ਕਦੀ ਉਹਨੂੰ ਦਿੱਤਾ। ਉਹ ਕਹਿੰਦੇ ਵੀ ਮੈਂ ਇਹ ਕਲੀਅਰ ਕਰਨਾ ਹੈ, ਮੈਂ ਕੋਰਟ ਵਿੱਚ ਜਾਊਂਗੀ। ਕਹਿੰਦਾ ਹਾਂ ਮਾਂ ਤੂੰ ਕੋਰਟ 'ਚ ਜਾ, ਮੈਂ ਤੇਰੇ ਨਾਲ ਜਾ ਕੇ ਕਹੂੰਗਾ ਵੀ ਇਹ ਝੂਠ ਹੈ। ਉਹ ਕਹਿੰਦੀ ਠੀਕ ਹੈ। ਉਹਨੇ ਕਚਹਿਰੀ 'ਚ ਦਿੱਲੀ ਕੋਰਟ 'ਚ ਕੇਸ ਕੀਤਾ ਇੰਡੀਆ ਟੁਡੇ ਤੇ। ਉਹ ਜਾਂਦੀ ਰਹੀ ਪੇਸ਼ੀ ਤੇ ਹੀ ਨਹੀਂ ਗਿਆ, ਇਹ ਉਹਦੇ ਨਾਲ ਨਹੀਂ ਤੁਰਿਆ, ਉਹ ਕੱਲੀ ਜਾਂਦੀ ਰਹੀ। ਸੈਪਟੰਬਰ 1989 ਵਿੱਚ ਉਹ ਪੇਸ਼ੀ ਤੋਂ ਆ ਰਹੀ ਸੀ। ਮਾਫ ਕਰਿਓ, ਉਹਦੀ ਦਿੱਲੀ ਰੇਲਵੇ ਸਟੇਸ਼ਨ ਤੇ ਇੱਕ ਲਵਾਰਸ ਔਰਤ ਦੀ ਤਰ੍ਹਾਂ ਮੌਤ ਹੋ ਗਈ, ਜਿਹਦੇ ਕੋਲ ਕੋਈ ਉਹਦਾ ਘਰ ਵਾਲਾ ਬੱਚਾ ਨਹੀਂ ਸੀ, ਕੋਈ ਹੋਰ ਨਹੀਂ ਸੀ, ਜਦ ਕਿ ਇਹ ਉਹਦੇ ਪੈਸੇ ਤੇ ਐਸ਼ ਕਰ ਰਿਹਾ ਸੀ ਕਿਉਂਕਿ ਉਹਨੂੰ ਹਿੱਸਾ ਨਾ ਦੇਣਾ ਪਏ, ਜਿਸ ਕਰਕੇ ਇਹਨੇ ਝੂਠ ਬੋਲਿਆ, ਜੋ ਮੈਂ ਸਮਝਦੀ ਹਾਂ। ਤੇ ਅਲਟੀਮੇਟਲੀ ਉਹਦੀ ਮੌਤ ਇਹ ਉਹਦੇ ਪੁੱਤ ਨੇ ਉਹਨੂੰ ਦਿੱਤਾ, ਜਿਹਨੂੰ ਅਸੀਂ ਰੱਬ ਤੋਂ ਦੁਆਵਾਂ ਕਰਕੇ ਲਿੱਤਾ ਸੀ, ਦੋਨਾਂ ਭੈਣਾਂ ਨੇ, ਮਾਂ ਨੇ, ਪਿਓ ਨੇ। ਸਾਨੂੰ ਇੱਕ ਭਰਾ ਦੇ ਦੇ, ਅਸੀਂ ਰੱਖੜੀ ਬੰਨ ਸਕੀਏ ਉਹਨੂੰ, ਸਾਨੂੰ ਇੱਕ ਪੁੱਤ ਦੇ ਦੇ। ਇਹ ਉਸ ਪੁੱਤ ਨੇ ਉਹਨੂੰ ਦਿੱਤਾ ਤੇ ਸਾਨੂੰ ਦਿੱਤਾ। ਇਹਦੇ ਨਾਲ 10 ਕੁ ਬੰਦੇ ਬੈਠੇ ਹੁੰਦੇ ਆ, ਤੁਹਾਨੂੰ ਸਭ ਨੂੰ ਪਤਾ, ਢੇਰ ਲੱਗਿਆ ਹੁੰਦਾ ਕਾਗਜ਼ਾਂ ਦਾ। ਆਹ ਦੇਖੋ ਜੀ ਪ੍ਰੂਫ ਫਲਾਣੇ ਲਈ, ਆਹ ਦੇਖੋ ਜੀ ਮੈਂ ਤੁਹਾਨੂੰ ਪ੍ਰੂਫ ਦਿੰਦਾ, ਆਹ ਦੇਖੋ ਇੰਨੇ ਸਾਲ ਪੁਰਾਣਾ ਪ੍ਰੂਫ ਤੁਹਾਨੂੰ ਦਿੰਦਾ ਸਾਰਿਆਂ ਨੂੰ। ਹੁਣ ਤੁਸੀਂ ਪ੍ਰੂਫ ਦਵੋ, ਮੰਗੋ ਉਸ ਤੋਂ, ਜਿਹੜਾ ਤੁਹਾਨੂੰ ਦਿੰਦਾ ਹਮੇਸ਼ਾ ਪ੍ਰੂਫ ਲਿਆਓ, ਪ੍ਰੂਫ ਦਵੋ। ਜੇ ਮੈਨੂੰ ਦਵਾ ਸਕਦੇ ਹੋ ਮੇਰੀ ਮਾਂ ਦੇ ਲਈ ਨਿਆਂ, ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਭ ਨੂੰ, ਤੁਸੀਂ ਪ੍ਰੈਸ ਹੋ, ਤੁਸੀਂ ਇਹਨੂੰ ਬਣਾਇਆ ਇਹਦਾ ਪਰਸੋਨਾ, ਕਿਉਂਕਿ ਤੁਹਾਨੂੰ ਪਤਾ ਨਹੀਂ ਸੀ ਇਹ ਕੀ ਹੈ। ਮੈਂ ਤੁਹਾਨੂੰ ਦੋਸ਼ ਨਹੀਂ ਦੇ ਰਹੀ, ਤੁਸੀਂ ਇਹਦਾ ਹਰ ਅਕਸ਼ਰ ਜਿਹੜੇ ਇਹਨੇ ਕਿਹਾ ਤੁਸੀਂ ਉਹਨੂੰ ਬਾਏ ਕੀਤਾ ਵੀ ਇਹ ਸਹੀ ਹੈ, ਕਿਉਂਕਿ ਅਸੀਂ ਅਜੇ ਤੱਕ ਕਦੀ ਬੋਲੀਆਂ ਨਹੀਂ। ਮੈਂ 70 ਸਾਲ ਦੀ ਹਾਂ, ਮੇਰੇ ਲਈ ਬੜਾ ਔਖਾ ਹੈ ਗੱਲ ਕਰਨੀ, ਮੇਰੀ ਫੈਮਿਲੀ ਦੀ ਗੱਲ ਹੈ, ਪਰ ਇਹ ਮੇਰੀ ਮਾਂ ਦਾ ਸਵਾਲ ਹੈ।
ਮੇਰੇ ਮਾਂ ਪਿਓ ਦੀ ਇੱਜ਼ਤ ਦਾ ਸਵਾਲ ਹੈ, ਜਿਹਦੇ ਕਰਕੇ ਮੈਨੂੰ ਇਹ ਸਟੈਪ ਲੈਣਾ ਪਿਆ ਤੁਹਾਡੇ ਲੋਕਾਂ ਦੇ ਸਾਹਮਣੇ। ਇਹ ਕਹਿ ਦੇ ਇੱਕ ਵਾਰੀ ਵੀ ਮੇਰੀ ਮਾਂ ਨੇ ਜਾਂ ਭੈਣਾਂ ਨੇ ਇੱਕ ਧੇਲਾ ਵੀ ਮੰਗਿਆ। ਹਾਂ, ਇਹਨੂੰ ਕੋਈ ਚੀਜ਼ ਦੀ ਲੋੜ ਹੋਈ ਇਹਨੇ ਮੈਨੂੰ ਕਿਹਾ, ਮੈਨੂੰ ਭੇਜੀ ਹੈ। ਜਦੋਂ ਚੀਜ਼ ਭੇਜਦਾ ਫਿਰ ਇਹਦੇ WhatsApp ਤੇ ਮੈਸੇਜ ਆ, ਯੂ ਆਰ ਅ ਜੈਮ ਦੀਦੀ, ਉਦੋਂ ਮੈਂ ਜੈਮ ਹੋ ਗਈ। ਤੁਸੀਂ ਸੁਣ ਰਹੇ ਸੀ ਸ਼੍ਰੀਮਤੀ ਸੁਮਨ ਤੂਰ, US ਰਹਿੰਦੇ ਨੇ, NRI ਨੇ, ਤੇ ਅੱਜ ਮੀਡੀਆ ਸਾਹਮਣੇ ਮੁਖਾਤਬ ਹੁੰਦੇ ਨੇ, ਫੋਟੋਆਂ ਵੀ ਨਸ਼ਰ ਕਰਦੇ ਨੇ ਤੇ ਬੜੇ ਵੱਡੇ ਆਰੋਪ ਲਾਏ ਨਵਜੋਤ ਸਿੰਘ ਸਿੱਧੂ ਦੇ। ਪੱਟੀ ਜੀ ਕਿਵੇਂ ਦੇਖਦੇ ਹੋ, ਕਿਉਂਕਿ ਤੁਸੀਂ ਉੱਥੋਂ ਹੀ ਆਉਂਦੇ ਹੋ, ਉਸ ਹਲਕੇ ਤੋਂ ਹੀ ਹੋ, ਤੇ ਕਿਵੇਂ ਮੈਨੂੰ ਲੱਗਦਾ ਕਿ ਸ਼ਾਇਦ ਤੁਹਾਡੇ ਨਾਲੋਂ ਜ਼ਿਆਦਾ ਹੋਰ ਕੌਣ ਜਾਣ ਸਕਦਾ, ਕਿਉਂਕਿ ਨਵਜੋਤ ਸਿੰਘ ਸਿੱਧੂ ਤੁਹਾਡੇ ਉਸ ਹਲਕੇ ਤੋਂ ਹੈਗੇ ਨੇ, ਤੇ ਥੋੜਾ ਹੋਰ ਦੱਸੋ ਇਸ ਬਾਰੇ ਵੀ, ਇਹ ਕਿਵੇਂ ਇੱਕਦਮ ਪ੍ਰਗਟ ਹੋਏ ਤੇ ਅੱਜ ਦਾ ਦਿਨ ਤਾਂ ਵਾਕਈ ਔਖਾ ਲੱਗਦਾ ਸੀ। ਜਿਹੜੀ ਬੀਬੀ ਸੁਮਨ ਤੂਰ ਹੈ ਜੀ, ਇਹ ਦੋ ਭੈਣਾਂ ਸੀਗੀਆਂ, ਜਿਹਦੀ ਇਹ ਗੱਲ ਕਰਦੀ ਬੀਬੀ ਵੀ ਉਹ ਡੈਥ ਹੋ ਗਈ ਬਕਾਇਦਾ ਤੌਰ ਤੇ ਐਕਸੀਡੈਂਟ ਦੇ ਵਿੱਚ, ਤੇ ਸਿੱਧੂ ਸਾਹਿਬ ਦੀ ਜਿਹੜੀ ਮਦਰ ਆ ਉਹਦੀਆਂ ਦੋ ਸ਼ਾਦੀਆਂ ਸੀਗੀਆਂ। ਪਹਿਲੀ ਸ਼ਾਦੀ ਸੀ ਇਹਨਾਂ ਦੇ ਫਾਦਰ ਨਾਲ, ਜਿਹੜੀਆਂ ਦੋ ਭੈਣਾਂ ਸੀਗੀਆਂ, ਦੂਜੀ ਸ਼ਾਦੀ ਉਹ ਬਾਅਦ ਚ ਕਰਦੇ ਨੇ। ਇਹ ਦੋ ਭੈਣਾਂ ਫਿਰ ਇਹਨਾਂ ਤੋਂ ਅਲੱਗ, ਸਿੱਧੂ ਸਾਹਿਬ ਦੀ ਉਮਰ ਵੇਖਿਆ 3-4 ਸਾਲ ਦੀ ਹੋਏਗੀ ਜਾਂ 5 ਸਾਲ ਦੀ ਹੋਏਗੀ, ਜਦੋਂ ਅਲੱਗ ਹੋ ਜਾਂਦੇ ਆ ਪਰਿਵਾਰ, ਦੋਵੇਂ ਅਲੱਗ ਹੋ ਜਾਂਦੇ, ਉਹ ਵੱਖਰੇ ਹੋ ਜਾਂਦੇ। ਹੁਣ ਬੀਬੀ ਇਹ ਕਹਿ ਰਹੀ ਆ ਵੀ ਸਾਨੂੰ ਜਾਇਦਾਦ ਦੇ ਵਿੱਚੋਂ ਹਿੱਸਾ ਨਹੀਂ ਮਿਲਿਆ। ਭਾਈ ਉਹਦੇ ਫਾਦਰ ਨੇ ਜਿਹੜੀ ਜਾਇਦਾਦ ਬਣਾਈ ਉਹ ਤੁਹਾਨੂੰ ਹਿੱਸਾ ਕਿਵੇਂ ਦੇਵੇਗਾ? ਦੂਸਰੀ ਚੀਜ਼, ਇਸ ਵੇਲੇ ਇਲੈਕਸ਼ਨ ਦੇ ਟਾਈਮ ਤੇ ਜਦੋਂ ਸਿੱਧੂ ਸਾਹਿਬ ਦੀ ਇਸ ਵੇਲੇ ਗੁੱਡੀ ਪੀਕ ਤੇ ਚੜੀ ਆ, ਉਹ ਕਈ ਮੁੱਦੇ ਲੈ ਕੇ ਚੱਲੇ ਨੇ। ਕਾਂਗਰਸ ਦੇ ਪ੍ਰਧਾਨ ਨੇ ਇਸ ਟਾਈਮ ਦੇ ਉੱਤੇ ਅਮਰੀਕਾ ਚੋਂ ਸਪੈਸ਼ਲ ਬੀਬੀ ਨੂੰ ਬੁਲਾ ਕੇ, ਜੋ ਉਹ ਆ ਕੇ ਜੇ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਕਰਦੀ ਆ, ਤੇ ਪਿਛਲੇ 45 ਸਾਲਾਂ ਤੋਂ ਦੋਵਾਂ ਪਰਿਵਾਰਾਂ ਦਾ ਆਪਸੀ ਕੋਈ ਮੇਲ ਜੋਲ ਨਹੀਂ। ਜੇ ਤੁਹਾਡਾ ਮੇਲ ਜੋਲ ਨਹੀਂ ਤੇ ਬਾਕੀ ਅਸੀਂ ਗੱਲ ਕਵਾਂਗੇ ਵੀ ਘਰਾਂ ਦੇ ਵਿੱਚ ਆਪਣੇ ਝਗੜੇ ਚ ਮਿਲੇ ਹਰ ਘਰ ਚ ਹੁੰਦੇ ਆ। ਡਾਕਟਰ ਮਨਮੋਹਨ ਸਿੰਘ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਸੀ, ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਸੀ ਤੇ ਉਹਨਾਂ ਦੀ ਮਦਰ ਨੇ ਵੀ ਦੂਸਰੀ ਸ਼ਾਦੀ ਕੀਤੀ ਸੀ। ਉਹ ਬਕਾਇਦਾ ਤੌਰ ਤੇ 2 ਕੇ 3 ਬੱਚੇ ਪਹਿਲੇ ਪਰਿਵਾਰ ਦੇ ਵਿੱਚੋਂ ਸੀ ਡਾਕਟਰ ਮਨਮੋਹਨ ਸਿੰਘ, ਜਿਹੜੇ ਦੂਸਰੇ ਬਾਕੀ ਬੱਚੇ ਨੇ ਉਹ ਉਹਨਾਂ ਦੀ ਮਾਂ ਦੇ ਦੂਜੇ ਪਿਤਾ ਚੋਂ ਸੀ। ਲੇਕਿਨ ਉਹਨਾਂ ਦੇ ਇਤਫਾਕ ਸੀਗਾ, ਉਹ ਮਿਲਦੇ ਵਰਤਦੇ, ਅੱਜ ਵੀ ਮਿਲਦੇ ਵਰਤਦੇ ਨੇ। ਉਹ ਇਸ ਕਰਕੇ ਇਹ ਨਹੀਂ ਮਿਲਦੇ ਵਰਤਦੇ, ਇਹਨਾਂ ਨੂੰ ਮਜਬੂਰ ਵੀ ਨਹੀਂ ਕੀਤਾ ਜਾ ਸਕਦਾ। ਉਹ ਨਹੀਂ ਹੈ ਤਾਂ ਪੰਦਾ ਵੀ ਨਹੀਂ ਕਰ ਸਕਦੇ। ਜਦੋਂ 45 ਸਾਲ ਤੋਂ ਲੈ ਕੇ ਅੱਜ ਤੱਕ ਤੁਹਾਡਾ ਕੋਈ ਲਿੰਕ ਨਹੀਂ, ਈਵਨ ਬੀਬੀ ਨਵਜੋਤ ਕੌਰ ਸਿੱਧੂ ਜਿਹੜੀ ਹੈ, ਡਾਕਟਰ ਨਵਜੋਤ ਕੌਰ ਸਿੱਧੂ ਨੇ ਵੀ ਨਿਕਲ ਕਹੀ ਹੈ, ਉਹ ਕਹਿੰਦੀ ਆ ਵੀ ਮੈਂ ਆਪਣੀ ਜ਼ਿੰਦਗੀ 'ਚ ਜਦੋਂ ਦੀ ਵਿਆਹੀ ਆਈ, ਮੈਂ ਇਹ ਭੈਣਾਂ ਕਦੀ ਨਹੀਂ ਵੇਖੀ ਵੀ ਭੈਣਾਂ ਹੈਗੀਆਂ ਨੇ। ਸਾਡਾ ਇਹਨਾਂ ਦਾ ਕੋਈ ਲਿੰਕ ਹੈ ਹੀ ਨਹੀਂ ਇਹਨਾਂ ਦਾ। ਜੇ ਉਹ ਇਸ ਵੇਲੇ ਪ੍ਰਗਟ ਹੋ ਗਈ ਆ, ਚਲੋ ਠੀਕ, ਉਹਨੇ ਆਪਣੀ ਗੱਲ ਕਰ ਲਈ ਆ। ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਅਸੀਂ ਸਾਂਝੀ ਕਰ ਲਈ ਆ। ਲੇਕਿਨ ਮੈਂ ਇਹ ਗੱਲ ਕਹਾਂ ਵੀ ਜੇ ਇਹਨਾਂ ਦਾ ਲਿੰਕ ਨਹੀਂ, ਸਿੱਧੂ ਸਾਹਿਬ ਚਲੋ ਜੇ ਭੈਣ ਮਿਲਣ ਆਈ ਹੈ, ਭਾਵੇਂ ਮੌਤ ਪਿਓ ਤੋਂ ਨਹੀਂ ਸਕੀ ਤੇ ਮਾਂ ਤੋਂ ਸਕੀ, ਮਿਲ ਲੈਣਾ ਚਾਹੀਦਾ ਸੀ ਉਹਨੂੰ। ਜੇ ਉਹ ਨਹੀਂ ਮਿਲੇ, ਉਹ ਕਿਉਂ ਨਹੀਂ ਮਿਲੇ, ਇਹ ਤਾਂ ਉਹ ਜਾਣਦੇ ਹੋਣਗੇ। ਉਹਨਾਂ ਦੇ ਪਰਿਵਾਰਕ ਮਾਮਲਾ ਅਸੀਂ ਵਿੱਚ ਇੰਟਰਫੇਅਰ ਨਹੀਂ ਕਰਾਂਗੇ, ਬਿਲਕੁਲ ਨਾ ਸਾਨੂੰ ਅਧਿਕਾਰ ਆ। ਲੇਕਿਨ ਬਿਲਕੁਲ ਬਕਾਇਦਾ ਤੌਰ ਤੇ ਮਜੀਠੀਆ ਸਾਹਿਬ ਨੇ ਤੇ ਤੰਜ ਜ਼ਰੂਰ ਕੱਸਿਆ ਦਿੱਤੇ। ਅੱਜ ਇੱਕ ਭੈਣ ਆਈ ਆ, ਉਹ ਸਾਡੀ ਵੀ ਭੈਣ ਆ। ਸਿੱਧੂ ਸਾਹਿਬ ਨੂੰ ਚਾਹੀਦਾ ਆਪਣੀ ਭੈਣ ਨੂੰ ਮਿਲੇ, ਕਿਉਂ ਨਹੀਂ ਭੈਣ ਨੂੰ ਮਿਲਦਾ? ਭੈਣ ਦੀ ਗੱਲ ਕਿਉਂ ਨਹੀਂ ਸੁਣਦਾ? ਜਿਹੜਾ ਭੈਣ ਦੀ ਗੱਲ ਨਹੀਂ ਸੁਣ, ਸਮਾਜ ਦੀ ਗੱਲ ਕਿਤੇ ਸੁਣੂ? ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਗੱਲ ਕਰਨ ਦਾ। ਇਸ ਕਰਕੇ ਆਉਣ ਵਾਲੇ ਦਿਨਾਂ 'ਚ ਇਸ ਇਸ਼ੂ ਨੂੰ ਜਿਹੜਾ ਵਾ ਇਲੈਕਸ਼ਨ 'ਚ ਉਛਾਲਿਆ ਵੀ ਜਾਏਗਾ, ਤੇ ਸਿੱਧੂ ਸਾਹਿਬ ਵਾਸਤੇ ਵੀ ਇੱਕ ਨਵੀਂ ਮੁਸੀਬਤ ਖੜੀ ਹੋ ਗਈ ਆ। ਜਿਹੜੇ ਮੁੱਖ ਮੰਤਰੀ ਦੇ ਸੁਪਨੇ ਲੈਂਦੇ ਸੀ, ਉਹਨਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਇਸ ਗੱਲ ਦਾ ਘਾਟਾ ਜ਼ਰੂਰ ਪਵੇਗਾ ਜੀ। ਪੱਟੀ ਜੀ ਦਾ ਕਹਿਣਾ ਹੈ ਕਿ ਘਾਟਾ ਹੋ ਸਕਦਾ ਹੈ। ਉਧਰ ਇਹ ਸਾਰੀ ਵੀਡੀਓ ਤੇ ਜਦੋਂ ਇਹ ਮੁਖਾਤਬ ਹੋਏ ਤੇ ਨਵਜੋਤ ਕੌਰ ਸਿੱਧੂ ਕੈਮਰੇ ਦੇ ਸਾਹਮਣੇ ਆਏ, ਕੀ ਕੁਛ ਉਹਨਾਂ ਨੇ ਕਿਹਾ, ਆਓ ਉਹਨਾਂ ਦੀ ਵੀ ਸੁਣ ਲੈਂਦੇ। ਅੱਛੀ ਗੱਲ ਹੈ, ਪਾਰਟੀ ਜਦੋਂ ਵੀ ਜਿਹਨੂੰ ਵੀ ਡਿਸਾਈਡ ਕਰੇ ਅਸੀਂ ਵੈਲਕਮ ਕਰਦੇ ਹਾਂ। ਲੋਕ ਇੰਨੇ ਬੇਵਕੂਫ ਤਾਂ ਹੈ ਨਹੀਂ, ਲੋਕਾਂ ਨੇ ਚੋਇਸ ਕਰਨੀ ਹੁੰਦੀ ਹੈ, ਲੋਕਾਂ ਨੇ ਵੋਟਸ ਪਾਉਣੀਆਂ ਹੁੰਦੀਆਂ। ਸੋ ਅੱਛੀ ਗੱਲ ਹੈ।
ਜਿਹਨੂੰ ਮਰਜ਼ੀ ਕਰਨ ਕੀ ਫਰਕ ਪੈਂਦਾ। ਹਾਂ, ਮੈਂ ਉਹਨਾਂ ਨੂੰ ਨਹੀਂ ਜਾਣਦੀ। ਉਹਨਾਂ ਦੀ ਕੋਈ ਫਾਦਰ ਦੀ ਪਹਿਲੀ ਮੈਰਿਜ ਸੀਗੀ ਕਿਸੇ ਲੇਡੀ ਨਾਲ, ਉੱਥੇ 2 ਡਾਟਰਸ ਹੋਈਆਂ ਸੀਗੀਆਂ। ਸੋ ਮੇਰੇ ਹੁੰਦੇ ਮੈਂ ਨਹੀਂ ਜਾਣਦੀ ਉਹਨਾਂ ਨੂੰ। ਮਜੀਠੀਆ ਦੇ ਲੜਨ ਨਾਲ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ? ਬਿਲਕੁਲ ਵੀ ਨਹੀਂ। ਅਸੀਂ ਆਪਣੀ ਮਿਹਨਤ ਸ਼ੁਰੂ ਤੋਂ ਕਰਦੇ ਆਏ ਹਾਂ। ਜਿੰਨੇ ਪੈਸੇ ਮਿਲਦੇ ਆ ਉਹਨੇ ਇਮਾਨਦਾਰੀ ਨਾਲ ਲਾਉਂਦੇ ਆਏ ਆ, ਤੇ ਉਹਦੇ ਨਾਲ ਤਾਂ ਘੱਟ ਮਿਹਨਤ ਕਰਨੀ ਪੈਣੀ ਹੈ। ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਬੰਦੇ ਨੇ ਸਾਰੇ ਪੰਜਾਬ ਦੀ ਪੀੜ੍ਹੀ, ਸਾਰੇ ਬੱਚੇ ਬਰਬਾਦ ਕੀਤੇ ਹੈ, ਮਜਬੂਰ ਕੀਤਾ ਲੋਕਾਂ ਨੂੰ ਕਿ ਕੈਨੇਡਾ ਤੇ ਬਾਹਰ ਜਾਣ, ਕਿਉਂਕਿ ਇੰਨੇ ਸਾਲ ਇਹਨਾਂ ਨੇ ਰਾਜ ਕੀਤਾ ਤੇ ਕੁਝ ਵੀ ਇਹੋ ਜਿਹਾ ਨਹੀਂ ਕਰ ਪਾਏ ਪੰਜਾਬ 'ਚ ਜਿਹਦੇ ਵਿੱਚ ਪੰਜਾਬ ਦੇ ਬੱਚੇ ਪੰਜਾਬ 'ਚ ਰਹਿ ਜਾਣ। ਸਾਰੇ ਭੱਜ ਕੇ ਬਾਹਰ ਜਾ ਰਹੇ ਆ ਆਈਲੈਟਸ ਕਲੀਅਰ ਕਰਕੇ। ਸੋ ਇਹੀ ਦਰਸਾਉਂਦਾ ਹੈ ਵੀ ਤੁਸੀਂ ਪੰਜਾਬ 'ਚ ਕੁਝ ਕੀਤਾ ਹੀ ਨਹੀਂ, ਬੱਚਿਆਂ ਲਈ ਨਹੀਂ ਕੀਤਾ, ਕੋਈ ਕਾਲਜਸ ਕੁਝ ਇਹੋ ਜਿਹਾ ਲੈਵਲ ਦਾ ਕੀਤਾ ਹੀ ਨਹੀਂ ਵੀ ਬੱਚੇ ਇੱਥੇ ਠਹਿਰਨ। ਸੋ ਇਹ ਡਿਜ਼ਰਵ ਹੀ ਨਹੀਂ ਕਰਦੇ। ਇਹਨਾਂ ਨੂੰ ਆਲਰੇਡੀ ਲੋਕ ਪੰਜਾਬ ਦੇ ਨਕਾਰ ਚੁੱਕੇ ਹੈ, ਐਂਡ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ। ਤੇ ਵੈਸੇ ਵੀ ਵੱਡੇ ਬਾਦਲ ਸਾਹਿਬ ਦੀ ਗੇਮ ਹੈ ਕਿ ਇਹਨੂੰ ਟੋਟਲੀ ਖਤਮ ਕੀਤਾ ਜਾਵੇ, ਇਹਦੀ ਬੇਇੱਜ਼ਤੀ ਕੀਤੀ ਜਾਵੇ ਤਾਂ ਕਿ ਮੇਰੇ ਮੁੰਡੇ ਨੂੰ ਕੋਈ ਪੁੱਛ ਸਕੇ। ਤੁਸੀਂ ਸੁਣਿਆ ਤੇ ਕਿਵੇਂ ਉਹਨਾਂ ਨੇ ਮਜੀਠੀਆ ਦੇ ਵੀ ਤੰਜ ਖਸੇ, ਤੇ ਨਾਲ ਇਸ ਗੱਲ ਨੂੰ ਉਹਨਾਂ ਦੀ ਭੈਣ ਨੂੰ ਲੈ ਕੇ, ਨਵਜੋਤ ਸਿੰਘ ਸਿੱਧੂ ਦੀ ਜਿਹੜੀ ਭੈਣ ਅੱਜ ਮੀਡੀਆ ਦੇ ਸਾਹਮਣੇ ਮੁਖਾਤਬ ਹੋਈ, ਤੇ ਉਹਨਾਂ ਬਾਰੇ ਵੀ ਕਿਹਾ ਕਿ ਮੈਂ ਨਹੀਂ ਜਾਣਦੀ, ਮੇਰੇ ਵਿਆਹ ਤੋਂ ਪਹਿਲਾਂ ਦੀ ਹੈ। ਤਾਂ ਪੱਟੀ ਜੀ, ਇੱਥੇ ਫਿਰ ਜਦੋਂ ਇਹ ਸਭ ਚੀਜ਼ਾਂ ਚੱਲ ਰਹੀਆਂ ਸੀ, ਇਹਦਾ ਮਤਲਬ ਉਹੀ ਹੈ ਵੀ ਸਿਆਸੀ ਰੰਗ ਦੇ ਰਹੇ ਨੇ। ਇੱਕ ਤਾਂ ਇਹ ਵੀ ਇੰਨੇ, ਇੱਕ ਤਾਂ ਟਾਈਮਿੰਗ ਤੇ ਸਭ ਤੋਂ ਵੱਡਾ ਸਵਾਲ ਸੀ, ਕਿਉਂਕਿ ਜੇ ਪਰਿਵਾਰਿਕ ਮੁੱਦਾ ਹੈ ਤਾਂ ਫਿਰ ਉਹਦੀ ਤਾਂ ਟਾਈਮਿੰਗ ਪਹਿਲਾਂ ਹੋਣੀ ਚਾਹੀਦੀ ਸੀਗੀ। ਤੁਸੀਂ ਇਹਦੇ ਮੌਕਾ ਤਾਂ ਲੱਭ ਹੀ ਨਹੀਂ ਸਕਦੇ ਨਾ। ਪ੍ਰੈਸ ਵੀ ਸੀਗੀ ਤੇ ਉਹੀ ਪ੍ਰੈਸ ਕਲੱਬ ਵੀ ਸੀ, ਕੋਈ ਇਹੋ ਜਿਹੀ ਚੀਜ਼ ਨਹੀਂ ਸੀਗੀ ਕਿ ਮਤਲਬ ਤੁਹਾਨੂੰ ਲੱਗੇ ਕਿ ਨਹੀਂ ਹਾਈ ਟਾਈਮ ਹੈ ਜਿਵੇਂ। ਪਰ ਇਹ ਟਾਈਮਿੰਗ ਨੂੰ ਲੈ ਕੇ ਬੜੇ ਵੱਡੇ ਸਵਾਲ ਨੇ ਵੀ। ਇਹਦਾ ਮਤਲਬ ਇੱਕ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦੀ ਇਮੇਜ ਨੂੰ ਢਾਹ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਤੁਹਾਨੂੰ ਲੱਗਦਾ ਹੈ ਕਿ ਇਸ 'ਚ ਸਿਰਫ ਨਵਜੋਤ ਸਿੰਘ ਸਿੱਧੂ ਦੀ ਭੈਣ ਤੱਕ ਸੀਮਤ ਹੈ ਜਾਂ ਪਿੱਛੇ ਹੱਥ ਕਿਸੇ ਹੋਰ ਦੇ ਵੀ ਹੋਣਗੇ? ਆਪਾਂ ਸ਼ੁਰੂ ਇੱਥੋਂ ਕੀਤਾ ਸੀ ਜੀ। ਆਪਾਂ ਸ਼ੁਰੂ ਇੱਥੋਂ ਗੱਲ ਕੀਤੀ ਸੀ ਵੀ ਇਸ ਟਾਈਮ ਦੇ ਉੱਤੇ ਇਲੈਕਸ਼ਨ ਦੇ ਵਿੱਚ ਬਕਾਇਦਾ ਤੌਰ ਤੇ ਜਦੋਂ ਸਿੱਧੂ ਦੀ ਤੂਤੀ ਬੋਲਦੀ ਆ, ਉਹਦੀ ਭੈਣ ਨੂੰ ਅਮਰੀਕਾ ਤੋਂ ਲਿਆ ਕੇ ਪ੍ਰੈਸ ਕਲੱਬ ਜਾ ਕੇ ਪ੍ਰੈਸ ਕਾਨਫਰੰਸ ਕਰਨੀ, ਇਹ ਪਿੱਛੇ ਰਾਜ ਕੀ ਹੈ? ਇਹਦੇ ਪਿੱਛੇ ਕਈ ਕਹਾਣੀਆਂ ਨਿਕਲ ਗਈਆਂ, ਅੱਜ ਨਹੀਂ ਕੱਲ ਨਿਕਲ ਗਈਆਂ। ਕੌਣ ਬੰਦਾ ਸੀ, ਕੌਣ ਲੈ ਕੇ ਆਇਆ? ਕਿਉਂਕਿ ਸਿੱਧੂ ਕੋਲੋਂ, ਸਿੱਧੂ ਦੀ ਪਾਪੂਲੈਰਿਟੀ ਕੋਲੋਂ, ਸਿੱਧੂ ਦੀ ਤੇ ਥੋੜੇ ਚਾਲੂ ਜ਼ਰੂਰ ਹੈਗੇ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਅੱਜ ਦੀ ਡੇਟ ਦੇ ਵਿੱਚ ਵੀ ਜੋ ਨਲਸ ਆ ਰਹੇ, ਅਸੀਂ ਨਹੀਂ ਕਹਿ ਰਹੇ, ਅਸੀਂ ਨਹੀਂ ਕਿ ਬਿਲਕੁਲ ਕਹਿ ਰਹੇ, ਉਹਨਾਂ ਨਲਸ ਦੇ ਹਿਸਾਬ ਨਾਲ ਅੱਜ ਦੀ ਡੇਟ ਦੇ ਵਿੱਚ ਜਿਹੜੀ ਕਾਂਗਰਸ ਹਰ ਸੀਟ ਦੇ ਉੱਤੇ ਫਾਈਟ ਦੇ ਰਹੀ ਹੈ। ਜੇ ਅਕਾਲੀ ਦਲ ਆ ਤਾਂ ਕੁਝ ਸੀਟਾਂ ਤੇ ਫਾਈਟ ਦੇ ਰਿਹਾ, ਆਮ ਆ ਤਾਂ ਕੁਝ ਸੀਟਾਂ ਫਾਈਟ ਦੇ ਰਹੀ ਹੈ, ਜੇ ਕਾਂਗਰਸ ਹਰ ਸੀਟ ਤੇ ਫਾਈਟ ਦੇ ਰਹੀ ਆ। ਜੇ ਕਾਂਗਰਸ ਕੱਲ ਨੂੰ ਜਿੱਤਦੀ ਹੈ, ਸਰਕਾਰ ਬਣਾਉਂਦੀ ਹੈ, ਤੇ ਉਹਦਾ ਬਕਾਇਦਾ ਤੌਰ ਤੇ ਸਿਹਰਾ ਜਿਹੜਾ ਵਾ ਉਹ ਸਿੱਧੂ ਨੂੰ ਜਾਣਾ ਪਿਆ ਪ੍ਰਧਾਨ ਸੀਗਾ। ਇਸ ਕਰਕੇ ਸਿੱਧੂ ਨੂੰ ਡੀਗ੍ਰੇਡ ਕਰਨ ਵਾਸਤੇ ਇਸ ਮੌਕੇ ਤੇ ਕੰਮ ਕੀਤਾ ਗਿਆ। ਪਹਿਲਾਂ ਵੀ ਕੀਤਾ ਜਾ ਸਕਦਾ ਸੀ, ਬਾਅਦ ਚ ਵੀ ਆ ਸਕਦੀ ਸੀ ਬੀਬੀ, ਉਹਨੂੰ ਮੰਗਾਇਆ ਗਿਆ ਵਾ। ਕਿਹਨੇ ਮੰਗਾਇਆ ਗਿਆ ਇਹ ਆਉਣੇ ਦਿਨਾਂ ਸਪਸ਼ਟ ਹੋ ਜਾਏਗਾ ਜੀ। ਤੇ ਉਧਰ ਮਜੀਠੀਆ ਦੇ ਜਿਵੇਂ ਵਾਰ ਕਰ ਰਹੇ ਨੇ, ਕਹਿੰਦੇ ਹੁਣ ਤਾਂ ਸਾਡੇ ਵਾਸਤੇ ਸਗੋਂ ਸੌਖਾ ਹੋ ਗਿਆ, ਕੰਪੀਟੀਸ਼ਨ ਕਾਹਦਾ ਹੈ? ਤੁਹਾਨੂੰ ਲੱਗਦਾ ਹੈ ਕਿ ਮਤਲਬ, ਕਿਉਂਕਿ ਦੇਖੋ ਇੱਥੇ ਮੁਕਾਬਲਾ ਮੈਨੂੰ ਐ ਲੱਗ ਰਿਹਾ ਕਿ ਜਿਵੇਂ ਨਵਜੋਤ ਕੌਰ ਸਿੱਧੂ ਤੇ ਸ਼ਾਇਦ ਮਜੀਠੀਆ ਦੇ ਹੈ, ਨਾ ਕਿ ਨਵਜੋਤ ਸਿੰਘ ਸਿੱਧੂ ਦੇ ਮਜੀਠੀਆ ਦੇ ਮੁਕਾਬਲੇ, ਕਿਉਂਕਿ ਸਾਰਾ ਜਿਹੜਾ ਹਲਕਾ ਹੈ ਨਵਜੋਤ ਕੌਰ ਸਿੱਧੂ ਉੱਥੇ ਚੰਗੀ ਕੈਂਪੇਨਿੰਗ ਕਰਦੇ ਰਹਿੰਦੇ ਨੇ, ਨਾਲ ਲੋਕਾਂ ਨੂੰ ਮਿਲਦੇ ਰਹਿੰਦੇ ਨੇ, ਸਾਰਾ ਚੰਗਾ ਕੰਮ ਕੀਤਾ ਹੋਇਆ ਉਹਨਾਂ ਨੇ ਉਸ ਹਿਸਾਬ ਨਾਲ। ਵੇਖੋ 2012 ਦੇ ਵਿੱਚ ਬਕਾਇਦਾ ਤੌਰ ਤੇ ਡਾਕਟਰ ਨਵਜੋਤ ਕੌਰ ਸਿੱਧੂ ਇੱਥੋਂ ਇਲੈਕਸ਼ਨ ਲੜਦੀ ਹੈ ਤੇ ਐਮਐਲਏ ਬਣਦੀ ਹੈ। ਜਦੋਂ ਅਕਾਲੀ ਭਾਜਪਾ ਦਾ ਪੂਰਾ ਅਲਾਇੰਸ ਸੀ ਤੇ ਇਹਨਾਂ ਦੀ ਆਪਸ ਵਿੱਚ 9 ਮਾਰਚ ਦੇ ਰਿਸ਼ਤੇ ਸੀ, ਉਸ ਟਾਈਮ ਤੇ ਬੀਬੀ ਬਕਾਇਦਾ ਤੌਰ ਤੇ ਡਾਕਟਰ ਨਵਜੋਤ ਕੌਰ ਸਿੱਧੂ ਇੱਕ ਕਾਂਗਰਸ ਦੀ ਬਾਗੀ ਉਮੀਦਵਾਰ ਸਿਮਰਜੀਤ ਕੋਲੋਂ ਸਿਰਫ ਜਿਹੜੀ ਆ ਉਹ 7100 ਵੋਟ ਤੇ ਜਿੱਤਦੀ ਆ, 7099 ਵੋਟਾਂ ਤੇ ਜਿੱਤਦੀ ਆ। ਲੇਕਿਨ 2017 ਚ ਜਦੋਂ ਬਕਾਇਦਾ ਤੌਰ ਤੇ ਨਵਜੋਤ ਸਿੰਘ ਸਿੱਧੂ ਚੋਣ ਲੜਦੇ ਇਸ ਹਲਕੇ ਤੋਂ, ਉਸ ਟਾਈਮ ਤੇ 60777 ਵੋਟਾਂ ਮਿਲਦੀਆਂ ਨੇ। ਜਿਹੜੇ ਅਕਾਲੀ ਭਾਜਪਾ ਦਾ ਉਮੀਦਵਾਰ ਸੀਗਾ ਰੰਜੇਸ਼ ਹਨੀ, ਉਹਨੂੰ 17 ਜਾਂ ਸਮਥਿੰਗ ਵੋਟਾਂ ਮਿਲਦੀਆਂ, ਮਤਲਬ 42809 ਵੋਟਾਂ ਨਾਲ ਸਿੱਧੂ ਸਾਹਿਬ ਜਿੱਤਦੇ ਨੇ। ਕਿੱਥੇ 7000 ਤੇ ਕਿੱਥੇ 42000, ਇਹ ਤੁਸੀਂ ਆਪ ਅੰਦਾਜ਼ਾ ਲਾ ਲਓ।
ਇਹਦਾ ਮਤਲਬ ਵੀ ਇਸ ਹਲਕੇ 'ਚ ਅਕਾਲੀ ਭਾਜਪਾ ਦਾ ਬਹੁਤਾ ਕੁਝ ਨਹੀਂ। ਇਸ ਵਾਰੀ ਕੀ ਆ, ਸਿਚੁਏਸ਼ਨ ਹੋਰ ਬਦਲ ਗਈ। ਇਹ ਬਦਲ ਗਈ ਵੀ ਅਕਾਲੀ ਭਾਜਪਾ ਦਾ ਗੱਠਜੋੜ ਨਹੀਂ ਹੈਗਾ। ਗੱਠਜੋੜ ਨਾ ਹੋਣ ਕਰਕੇ ਜਿਹੜੀ ਆ ਭਾਜਪਾ ਨੇ ਆਪਣਾ ਉਮੀਦਵਾਰ ਡਾਕਟਰ ਜਗਮੋਹਨ ਸਿੰਘ ਰਾਜੂ ਸਾਬਕਾ IAS ਅਫਸਰ ਖੜਾ ਕਰਤਾ ਉੱਥੇ। ਉਹ ਜਿੰਨੀ ਵੀ ਭਾਜਪਾ ਦੀ ਵੋਟ 5000 ਹੋਊਗੀ, 7000 ਹੋਊਗੀ, 4000 ਹੋਊਗੀ, ਉਹ ਵੋਟ ਲੈ ਕੇ ਜਾਏਗਾ। ਉਹ ਵੀ ਘਾਟਾ ਅਕਾਲੀ ਦਲ ਨੂੰ ਪਏਗਾ। ਮੈਨੂੰ ਸਮਝ ਨਹੀਂ ਆਉਂਦੀ ਵੀ ਅਕਾਲੀ ਦਲ ਜਿਹੜੀ ਬੀਬੀ ਨਵਜੋਤ ਕੌਰ ਸਿੱਧੂ ਨੇ ਗੱਲ ਕਹੀ ਉਹ ਠੀਕ ਕਹੀ ਹੈ। ਉਹ ਲੱਗਦਾ ਉਹ 'ਚ ਕੋਈ ਤਰਕ ਹੈਗਾ, ਕਿਉਂਕਿ ਅਕਾਲੀ ਦਲ ਕੋਲੇ ਇਸ ਹਲਕੇ ਤੋਂ ਕੱਦ ਪੁੱਤ ਦਾ ਕੋਈ ਲੀਡਰ ਖੜਾ ਕਰਨ ਵਾਲਾ ਨਹੀਂ ਸੀਗਾ। ਇਸ ਕਰਕੇ ਮਜੀਠੀਆ ਸਾਹਿਬ ਨੂੰ ਖੜਾ ਕਰਨਾ ਪਿਆ। ਲੋਕੀ ਕਹਿੰਦੇ ਹੌਟ ਸੀਟ, ਫਲਾਣ ਸੀਟ, ਉਹ ਸੀਟ। ਮੈਂ ਸੋਚਦਾ ਮੈਨੂੰ ਇਹ ਨਹੀਂ ਪਤਾ, ਜੇ ਪਿਛਲੇ ਆਪਾਂ ਜੋ ਚੋਣਾਂ ਦਾ ਸਾਰਾ ਹਿਸਾਬ ਕਿਤਾਬ ਕੱਢ ਲਈਏ, ਉਹਦੇ ਹਿਸਾਬ ਨਾਲ ਤਾਂ ਕੋਈ ਬਹੁਤੀ ਮੈਂ ਸੋਚਦਾ ਵੀ ਜੰਗ ਨਹੀਂ, ਕੋਈ ਜੰਗ ਭਖਣੀ ਨਹੀਂ ਇੱਥੇ। ਡਾਕਟਰ ਨਵਜੋਤ ਸਿੰਘ ਸਿੱਧੂ ਬੇਸ਼ੱਕ ਕਹੀ ਜਾਵੇ ਇੰਨੀ ਗੱਲ ਵੀ ਸਾਡਾ ਤਾਂ ਸੌਖਾ ਆ ਗਿਆ, ਬਿਲਕੁਲ ਸੌਖਾ ਨਹੀਂ ਹੋਇਆ, ਕਿਉਂਕਿ ਬਿਕਰਮ ਸਿੰਘ ਮਜੀਠੀ ਤੇ ਇੱਕ ਨਾਂ ਹੈਗਾ। ਨਾ ਹੋਣ ਕਰਕੇ ਫਿਰ ਇਹ ਹਲਕਾ ਜਿਹੜਾ ਲਗਭਗ ਜਿਹੜਾ ਮਜੀਠੇ ਨਾਲ ਮਿਲਦਾ ਜੁਲਦਾ ਵਾ, ਉੱਥੋਂ ਇੱਥੇ ਹੋਣਾ ਕੋਈ ਔਖਾ ਨਹੀਂ ਹੈਗਾ, ਇੱਥੋਂ ਉੱਥੇ ਜਾਣਾ ਕੋਈ ਔਖਾ ਨਹੀਂ ਹੈਗਾ। ਵੱਧ ਤੋਂ ਵੱਧ 20 ਮਿੰਟ ਦਾ ਰਸਤਾ ਹੋਊਗਾ ਆਉਣ ਜਾਣ ਦਾ ਉੱਥੋਂ ਹਲਕੇ ਦੇ ਵਿੱਚ। ਇਸ ਕਰਕੇ ਇਸ ਹਲਕੇ ਤੇ ਨਵਜੋਤ ਸਿੰਘ ਸਿੱਧੂ ਦੀ ਵਿਰੋਧਤਾ ਵੀ ਹੈਗੀ ਆ। ਕਿਉਂ ਹੈਗੀ ਆ? ਪਿਛਲੇ ਦਿਨ ਤੁਹਾਨੂੰ ਪਤਾ ਹੋਏਗਾ ਵੀ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਸੀਗੇ ਤੇ ਬਕਾਇਦਾ ਤੌਰ ਤੇ ਜਿਹੜਾ ਚੇਅਰਮੈਨ ਸੀਗਾ ਇੰਪਰੂਵਮੈਂਟ ਟਰਸਟ ਦਾ ਬਣਿਆ, ਉਹਨੂੰ ਲਾ ਕੇ ਬਕਾਇਦਾ ਤੌਰ ਤੇ ਸੜਕ ਤੇ ਖਲੋਤਿਆਂ ਦੇ ਸਟੇਟਸ ਕਰਾਇਆ ਸੀ ਮੁੱਖ ਮੰਤਰੀ ਕੋਲੇ। ਇਹਨੂੰ ਲਾ ਤੇ ਇਹਨੂੰ ਬਣਾ ਦਿਓ ਜੀ, ਬਿਲਕੁਲ ਆਪਣਾ ਬੰਦਾ ਫਿੱਟ ਕੀਤਾ ਸੀਗਾ। ਉਸ ਬੰਦੇ ਕੋਲੇ ਇਸ ਹਲਕੇ ਦੇ ਵਿੱਚ ਜਿਹੜੀ ਆ ਵੋਟ ਹੈਗੀ ਹੈ 5-7-10,000। ਉਹ ਕਿਸੇ ਪਾਸੇ ਵੀ ਕਨਵਰਟ ਕਰ ਸਕਦਾ ਵਾ। ਮੈਂ ਮਿਲਿਆ ਸੀ ਉਹਨੂੰ, ਉਹ ਕਹਿੰਦਾ ਮੈਂ ਕੁਛ ਨਹੀਂ ਕਰਨਾ। ਕਿਉਂ ਨਹੀਂ ਕਰਨਾ? ਵੀ ਕੱਲ ਨੂੰ ਸਰਕਾਰ ਕਾਂਗਰਸ ਮੰਨ ਲਈ, ਤੁਹਾਨੂੰ ਕੋਈ ਨਾ ਕੋਈ ਹੋਰ ਸੀਟ ਮਿਲ ਜੂਗੀ, ਸੀਟਾਂ ਬੜੀਆਂ ਹੁੰਦੀਆਂ। ਜੇ ਅਸੀਂ ਵਿਰੋਧਤਾ ਕਰਾਂਗੇ ਸਰਕਾਰ ਨਾਲ ਬਣੀ, ਸਾਨੂੰ ਵੀ ਘਾਟਾ ਤੇ ਸਰਕਾਰ ਨਾਲ ਵੀ ਘਾਟਾ। ਇੱਕ ਸਾਡੇ ਹੈਗੇ ਨੇ ਇੱਥੇ ਬਕਾਇਆ ਤੌਰ ਤੇ ਸਾਬਕਾ MLA ਜੁਗਲ ਕਿਸ਼ੋਰ ਸ਼ਰਮਾ, ਉਹਨਾਂ ਦੇ ਵੀ ਆਪਣਾ ਵੋਟ ਬੈਂਕ ਹੈਗਾ। ਲੇਕਿਨ ਅੱਜ ਉਹ ਜਿਸ ਅਵਸਥਾ ਦੇ ਬਜ਼ੁਰਗ ਅਵਸਥਾ 'ਚ ਘਰ ਰਹਿੰਦੇ ਜਾਂਦੇ ਨਹੀਂ ਕਿਤੇ, ਜੇ ਇਹ ਦੋ ਬੰਦੇ ਸਿੱਧੂ ਦੀ ਵਿਰੋਧਤਾ ਕਰ ਦੇਣ ਤੇ ਫਿਰ ਸਿੱਧੂ ਦਾ ਜਿੱਤਣਾ ਮੁਸ਼ਕਲ ਹੋ ਜਾਊਗਾ। ਲੇਕਿਨ ਉਹਨਾਂ ਵਿਰੋਧਤਾ ਨਹੀਂ ਕਰਨੀ। ਇੱਕ ਆਪਣਾ ਘਰ ਬੈਠਾ, ਦੂਜਾ ਇਹ ਸੋਚਦਾ ਵੀ ਭਲੀ ਸੋਚਦਾ ਵੀ ਕਾਂਗਰਸ ਸਰਕਾਰ ਬਣੇ ਸਾਨੂੰ ਕੁਝ ਮਿਲ ਜੂ, ਲੇਕਿਨ ਉਹ ਟਿੱਪਣੀਆਂ ਵੀ ਨਹੀਂ ਕਰਦਾ ਵੀ ਸਿੱਧੂ ਨੇ ਗਲਤ ਕੀਤਾ। ਉਹ ਕਹਿੰਦਾ ਜੀ ਮੈਨੂੰ ਜੋ ਦਿੱਤਾ ਕਾਂਗਰਸ ਨੇ ਬਹੁਤ ਕੁਝ ਦੇ ਦਿੱਤਾ, ਜੇ ਲਾਤਾ ਤੇ ਮੈਨੂੰ ਕੋਈ ਇਹਦਾ ਮਲਾਲ ਕੋਈ ਨਹੀਂ ਹੈਗਾ ਜੀ। ਉਧਰ ਪੱਟੀ ਜੀ, ਜੇ ਇਹ ਕਿਹਾ ਜਾਂਦਾ ਹੈ ਕਿ ਜਦੋਂ ਇਹ ਇਕੱਠੇ ਲੜਦੇ ਸੀ ਤਾਂ ਮਜੀਠੀਆ ਜੀ ਬੜੀ ਮਦਦ ਕਰਦੇ ਸੀ ਇਹਨਾਂ ਦੇ ਹਲਕੇ ਦੇ ਵਿੱਚ ਆ ਕੇ, ਤੇ ਕੀ ਇਸ ਗੱਲ ਤੇ, ਕਿਉਂਕਿ ਤੁਸੀਂ ਉਧਰ ਦੇ ਹੋ, ਤੁਹਾਨੂੰ ਵਾਕਈ ਇਸ ਗੱਲ 'ਚ ਸੱਚਾਈ ਹੈ ਕਿ ਜਦੋਂ ਵਾਕਈ ਇਹ 9 ਮਾਸ ਵਾਲੀ ਗੱਲ ਚੱਲਦੀ ਹੁੰਦੀ ਸੀ ਤੇ ਇਸ ਸੀਟ ਤੇ ਮਜੀਠੀਆ ਜੀ ਆ ਕੇ ਨਵਜੋਤ ਸਿੰਘ ਸਿੱਧੂ ਮਤਲਬ ਕਾਫੀ ਮਦਦ ਕਰਦੇ ਸੀ, ਜਿਹੜਾ ਕਿ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਮੇਰੇ ਉਹੀ ਜਿਹੜੀ ਵੋਟਾਂ ਨੇ ਮੇਰੀਆਂ ਉਹ ਮੈਨੂੰ ਵਾਪਸ ਪੈਣਗੀਆਂ? ਜਦੋਂ ਬਕਾਇਦਾ ਤੌਰ ਤੇ ਸਿੱਧੂ ਸਾਹਿਬ ਤੇ ਪਰਚਾ ਹੋਇਆ ਸੀਗਾ, ਉਸ ਪਰਚੇ ਦੇ ਵਿੱਚ ਇਹਨਾਂ ਨੂੰ ਸਜ਼ਾ ਹੋ ਗਈ ਸੀਗੀ ਹਾਈ ਕੋਰਟ ਚੋਂ। ਮੁੜ ਕੇ ਕੇਸ ਸੁਪਰੀਮ ਕੋਰਟ ਗਿਆ ਸੀ, ਇਹਨਾਂ ਨੂੰ ਰਿਜ਼ਾਈਨ ਕਰਨਾ ਪਿਆ ਸੀਗਾ। ਇੱਕ ਰਾਤ ਬਕਾਇਦਾ ਤੌਰ ਤੇ ਇਹ ਜੇਲ੍ਹ 'ਚ ਰਹੇ ਸੀਗੇ। ਅਰੁਣ ਜੇਤਲੀ ਨੇ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਦੇ ਵਿੱਚ ਐਪਲੀਕੇਸ਼ਨ ਦੇ ਕੇ ਤੇ ਇਹਨਾਂ ਦੀ ਬੇਲ ਕਰਾਈ ਸੀਗੀ। ਉਸ ਟਾਈਮ ਦੇ ਉੱਤੇ ਜਿਹੜੀ ਦੁਬਾਰਾ ਇਲੈਕਸ਼ਨ ਹੋਈ ਸੀਗੀ, ਉਸ ਦੁਬਾਰਾ ਇਲੈਕਸ਼ਨ ਦੇ ਵਿੱਚ ਜਦੋਂ ਸਿੱਧੂ ਸਾਹਿਬ ਲੜੇ ਸੀ ਇਲੈਕਸ਼ਨ, ਪਹਿਲੀ ਚੋਣ ਜਿੱਤੀ ਸੀ 1,25,000 ਤੇ, ਦੂਜੀ ਚੋਣ ਜਿੱਤੀ ਸੀ 70,000 ਤੇ ਤੀਜੀ ਚੋਣ ਦੇ ਟਾਈਮ ਦੇ ਉੱਤੇ ਇਹਨਾਂ ਦੀ ਲੀਡ 7,000 ਰਹਿ ਗਈ ਸੀਗੀ। ਉਹ 7,000 ਦੀ ਲੀਡ ਸਿਰਫ ਤੇ ਸਿਰਫ ਬਿਕਰਮਜੀਤ ਸਿੰਘ ਮਜੀਠੀ ਦੇ ਹਲਕੇ 'ਚ ਮਿਲੀ ਸੀ ਇਹਨਾਂ ਨੂੰ। ਜੇ ਉਹ ਨਾ ਮਿਲਦੀ ਤੇ ਫਿਰ ਸੂਫੜਾ ਸਾਹਿਬ ਸੀ, ਫਿਰ ਬਕਾਇਦਾ ਤੌਰ ਤੇ ਉਦੋਂ ਕਾਂਗਰਸ ਦੇ ਉਮੀਦਵਾਰ ਓਮ ਪ੍ਰਕਾਸ਼ ਸੋਨੀ ਸੀ, ਉਹ ਜੇਤੂ ਕਰਾ ਦਿੱਤੇ ਜਾਣੇ ਸੀਗੇ। ਇਸ ਕਰਕੇ ਮਜੀਠੀਆ ਦਾ ਤੇ ਇਹਦਾ ਆਪਣੇ ਦਾ ਸਿੱਧੂ ਦਾ ਕਾਫੀ ਨੇੜਤਾ ਹੁੰਦੀ ਸੀਗੀ, ਇਕੱਠੇ ਰਹਿੰਦੇ ਸੀ, ਛੋਟਾ ਭਾਈ ਤੇ ਵੱਡਾ ਭਾਈ, ਇਹੋ ਜਿਹੀਆਂ ਗੱਲਾਂ ਇੰਨੀ ਨੇੜਤਾ ਸੀਗੀ। ਇਸ ਕਰਕੇ ਜੇ ਆਪਾਂ ਕਹਿ ਜਾਈਏ ਨਾ ਵੀ ਇਸ ਹਲਕੇ 'ਚੋਂ ਮਦਦ ਕੀਤੀ ਸੀ, ਇਸ ਹਲਕੇ 'ਚੋਂ ਮਦਦ ਕੀ ਆਪਣੇ ਹਲਕੇ 'ਚੋਂ ਡਟ ਕੇ ਮਦਦ ਕੀਤੀ ਸੀ ਮਜੀਠੀਏ ਨੇ, ਤੇ 7,000 ਵੋਟਾਂ ਨੂੰ ਜਿਤਾ ਕੇ ਤੇ ਸਿੱਧੂ ਨੂੰ ਉਦੋਂ ਜਿਤਾਇਆ ਸੀਗਾ ਜੀ। ਅੱਜ ਮਜੀਠੀਆ ਜੀ ਨੇ ਆਪਣੀ ਨਾਮਜ਼ਦਗੀ ਭਰੀ ਹੈ,
ਮਜੀਠੀਆ ਤੋਂ ਵੀ ਤੇ ਅੰਮ੍ਰਿਤਸਰ ਈਸਟ ਤੋਂ ਵੀ ਬੜੇ ਨਾਲ ਸਮਰਥਕ ਵੀ ਸੀ। ਆਓ ਦੇਖ ਲੈਂਦੇ ਹਾਂ ਕਿ ਕਿਵੇਂ ਦਾ ਮਾਹੌਲ ਰਿਹਾ ਤੇ ਕੀ ਕੁਝ ਕਿਹਾ ਮਜੀਠੀਆ ਜੀ ਨੇ। ਗੁਰੂ ਦੀਆਂ ਅਸੀਸਾਂ ਬਖਸ਼ਿਸ਼ਾਂ ਲੈ ਕੇ ਅੱਜ ਦਾਸ ਨੇ ਮਜੀਠੇ ਤੇ ਦਾਸ ਨੇ ਅੰਮ੍ਰਿਤਸਰ ਪੂਰਬੀ ਦੇ ਕਾਗਜ਼ ਭਰੇ ਆ। ਮਜੀਠੇ ਹਲਕੇ ਦੀ ਸੇਵਾ ਜਿੱਥੇ ਦਾਸ ਦੇ ਪਰਿਵਾਰ ਨੇ ਉੱਥੇ ਤਰੱਕੀ ਤੇ ਸੇਵਾ ਕੀਤੀ ਆ, ਉੱਥੇ ਅੱਜ ਮੇਰੀ ਕਮਿਟਮੈਂਟ ਇਹ ਹੋ ਗਈ ਕਿ ਉਹੀ ਉਸ ਵਧੀਆ ਪੱਧਰ ਦੀ ਡਿਵੈਲਪਮੈਂਟ ਸੇਵਾ ਇਸ ਹਲਕੇ ਦੀ ਵੀ ਕਰਨੀ ਆ। ਠੋਕੋ ਤਾਲੀ ਸਿੱਧੂ ਜਿਹੜਾ ਆਪਦੇ ਪਰਿਵਾਰ ਦਾ ਨਹੀਂ ਬਣਿਆ, ਉਹਨੇ ਤੁਹਾਡਾ ਨਹੀਂ ਕਦੇ ਬਣ ਜਾਣਾ। 18 ਸਾਲ ਹੋ ਗਏ, 18 ਸਾਲ ਐਜ਼ MP, ਐਜ਼ ਚੀਫ ਪਾਰਲੀਮੈਂਟਰੀ ਸੈਕਟਰੀ, ਐਜ਼ ਮਿਨਿਸਟਰ, ਦੋਵੇਂ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ BJP ਔਰ ਕਾਂਗਰਸ ਹੰਡਾਉਣ ਤੋਂ ਬਾਅਦ ਵੀ ਅੱਜ ਵੀ ਮੁੱਦਾ ਪੂਰਬੀ ਹਲਕੇ ਦਾ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਕੀ ਹੈ? ਬਿਜਲੀ, ਪਾਣੀ, ਸੜਕ। ਵਿਕਰਮ ਜੀ ਇੱਕ ਸਮਾਂ ਸੀ ਕਿ ਨਵਜੋਤ ਸਿੰਘ ਸਿੱਧੂ ਤੁਹਾਡੇ ਨਾਲ ਹੁੰਦੇ ਸੀਗੇ ਅਕਸਰ, ਕਿਉਂਕਿ 2012 ਦੀ ਗੱਲ ਕਰੀਏ ਅਕਾਲੀ ਦਲ ਕੋਲ ਸੀਟ ਹੁੰਦੀ ਸੀ ਪੂਰਬੀ ਹਲਕੇ ਦੀ, ਅਕਾਲੀ ਦਲ ਨੇ ਸਵੈਪ ਕੀਤੀ ਸੀਟ ਹੈ ਬਟਾਲੇ ਦੇ ਨਾਲ BJP ਨੂੰ ਦਿੱਤੀ। ਆਖਰ ਕੀ ਐਸੀ ਵਜ੍ਹਾ ਹੋ ਗਈ ਕਿ ਸਿਰਫ ਨਵਜੋਤ ਸਿੰਘ ਸਿੱਧੂ ਵਿਕਰਮ ਸਿੰਘ ਮਜੀਠੀਆ ਨੂੰ ਹੀ ਲਗਾਤਾਰ ਟਾਰਗੇਟ ਕਰ ਰਹੇ ਹਨ? ਇੱਥੋਂ ਤੱਕ ਹੋ ਗਿਆ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਮਾਮਲਾ ਵੀ ਦਰਜ ਕਰ ਲਿਆ ਗਿਆ ਡਰਗ ਦਾ। ਦੇਖੋ, ਇਹ ਸਵਾਲ ਤੁਸੀਂ ਉਹਨੂੰ ਪੁੱਛੋ, ਕਿਉਂਕਿ ਜਿਸ ਤਰੀਕੇ ਨਾਲ ਮੇਰੇ ਤੇ ਕੇਸ ਕੀਤਾ, ਇੱਕ ਉਹੋ ਜਿਹੇ ਇਨਕੰਪੀਟੈਂਟ ਅਫਸਰ ਨੂੰ, ਅਨਫਿਟ ਅਫਸਰ ਨੂੰ, ਜਿਹਦੇ ਬਾਰੇ ਮੈਂ ਨਹੀਂ ਅਨਫਿਟ ਕਹਿ ਰਿਹਾ, ਸੁਪਰੀਮ ਕੋਰਟ ਨੇ ਸਿਧਾਰਥ ਚਟੋਪਾਧਿਆਏ ਦੇ ਖਿਲਾਫ ਟਿੱਪਣੀ ਕੀਤੀ। UPSC 'ਚ 3 ਮੈਂਬਰਾਂ ਦੇ ਪੈਨਲ 'ਚ ਉਹਦਾ ਨਾਂ ਨਹੀਂ ਆਇਆ। 18 ਦਿਨ ਦਾ ਉਹ ਚਮਤਕਾਰੀ DG, ਜਿਹਦੇ 18 ਦਿਨਾਂ 'ਚ ਸ੍ਰੀ ਹਰਿਮੰਦਰ ਸਾਹਿਬ 'ਚ ਬੇਅਦਬੀ ਹੋ ਗਈ ਜਿਹੜੀ ਅੱਜ ਤੱਕ ਕਦੇ ਨਹੀਂ ਹੋਈ, ਕੁਛ ਨਹੀਂ ਕੀਤਾ ਉਹਨੇ। ਲੁਧਿਆਣੇ ਕੋਰਟ ਕਚਹਿਰੀ 'ਚ ਬੰਬ ਬਲਾਸਟ ਹੋ ਗਿਆ, ਵਿਰੋਧੀਆਂ ਤੇ ਪਰਚੇ ਦੇਤੇ ਔਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਤੇ ਸੇਨ ਲਾਤੀ। ਸਭ ਤੋਂ ਉੱਚੀ ਕਚਹਿਰੀ ਉਹ ਫੈਸਲਾ ਕਰੂ ਜਾਂ ਲੋਕਾਂ ਦੀ ਕਚਹਿਰੀ ਫੈਸਲਾ ਕਰੂ, ਇਹ ਮੈਨੂੰ ਭਰੋਸਾ ਹੈ। ਮੇਰਾ ਐਡਾ ਖੌਫ ਸੀ। ਦੇਖੋ, ਕੋਰਟ ਨੇ 3 ਦਿਨ ਦੀ ਰਾਹਤ ਦਿੱਤੀ। ਭਾਈ ਦਾ ਹੈਡ ਚੰਦਰ ਕਾਂਗਰਸ ਦੇ ਦਿਨ ਪਏ, ਉਹਨਾਂ ਨੇ ਹਾਈ ਕੋਰਟ ਦੀ ਜੱਜ ਸਾਹਿਬ ਦੀ ਗੱਲ ਉਹਨਾਂ ਤੇ ਜ਼ੋਰ ਪਾਇਆ। ਕਿਹੜੀ ਕਿਹਨਾਂ ਦੇ ਹੱਥਾਂ ਦੀ ਕਠਪੁਤਲੀ ਬਣੇ ਕਿ ਉਹਨਾਂ ਨੂੰ ਰੇਡ ਕਰਨੀ ਪੈ ਗਈ ਸਿਰਫ ਇਸ ਲਈ ਕਿ 25 ਨੂੰ ਇਹ ਕਾਗਜ਼ ਨਾ ਭਰੇ ਆਪਦੇ ਔਰ ਅਸੀਂ ਇਹਨੂੰ ਫੜ ਲਈਏ। ਮੇਰੇ ਵੀਰੋ, ਇਹ ਬਨਾਨਾ ਰਿਪਬਲਿਕ ਨਹੀਂ, ਇਨਸਾਫ ਦਾ ਘਰ ਹੈ ਇੱਥੇ। ਔਰ ਮੈਂ ਧੰਨਵਾਦੀ ਹਾਂ ਕਿ ਸੁਪਰੀਮ ਕੋਰਟ ਨੇ ਮੈਨੂੰ ਭਾਵੇਂ ਹਲੇ 3 ਦਿਨ ਦੀ ਰਾਹਤ ਮਿਲੀ ਹੈ, ਮਗਰ ਸੁਪਰੀਮ ਕੋਰਟ ਨੇ ਵੀ ਇਹ ਗੱਲ ਪੁੱਛੀ ਕਿ ਚਿਦੰਬਰਮ ਸਾਹਿਬ ਹਲੇ ਤਾਂ ਕੇਸ ਅਸੀਂ ਸੁਣਨਾ ਸੀ, ਨਹੀਂ ਸੁਣਨਾ ਸੀ, ਹਲੇ ਤਾਂ ਨੋਟਿਸ ਹੋਣੇ ਸੀ, ਮਗਰ ਤੁਸੀਂ ਐਡੇ ਤਰਲੋ ਮੱਛੀ ਕਿਉਂ ਹੋਏ ਖੜੇ ਹੋ ਕਿ ਤੁਸੀਂ ਪਹਿਲਾਂ ਹੀ ਆ ਕੇ ਬਹਿ ਗਏ ਹੋ। ਉੱਥੇ ਵੀ ਕਿਤੇ ਨਾ ਕਿਤੇ ਸਰਕਾਰ ਦੀ ਕਾਰਗੁਜ਼ਾਰੀ ਤੇ ਜਾਂ ਕਾਂਗਰਸ ਦੀ, ਸੋਨੀਆ ਗਾਂਧੀ ਦੀ ਜਿਹੜੀ ਇਹ ਪਾਰਟੀ ਦੀ ਸਰਕਾਰ ਹੈ, ਉਹਨਾਂ ਦੀ ਕਾਰਗੁਜ਼ਾਰੀ ਤੇ ਕਿਤੇ ਸ਼ੱਕ ਦੇ ਘੇਰੇ 'ਚ ਆਈ ਹੈ। ਮਜੀਠੇ 'ਚ ਅੱਜ ਤੱਕ ਮੈਂ ਦੱਸਦਾ, ਮੇਰੀ ਮਾਂ ਦਾ, ਮੇਰੇ ਭਰਾ ਦਾ, ਮੇਰੇ ਬਜ਼ੁਰਗਾਂ ਦਾ ਰੋਲ ਮੇਰੇ ਪਰਿਵਾਰ ਦੇ ਹਲਕੇ ਦੇ ਲੋਕ ਕਰਦੇ ਰਹੇ, ਕਿਉਂਕਿ ਮੈਂ ਨਿਭਦਾ ਉਹਨਾਂ ਨਾਲ, ਮਰਨ ਤੱਕ ਜਾਣਾ, ਉਹਨਾਂ ਦੀ ਬਾਹ ਫੜਦਾ। ਅੱਜ ਅੰਮ੍ਰਿਤਸਰ ਪੂਰਬੀ ਵੀ ਇਹ ਜਿਹਾ ਨੁਮਾਇੰਦਾ ਚਾਹੁੰਦਾ ਜਿਹੜਾ ਉਹਨਾਂ ਦੀ ਬਾਹ ਫੜੇ ਤੇ ਉਸ ਇਲਾਕੇ ਦੀ ਡਿਵੈਲਪਮੈਂਟ ਕਰਾਵੇ। ਨੀਅਤ ਸਾਫ਼ ਹੈ, ਸੋਚ ਸਾਫ਼ ਹੈ, ਕੰਮ ਬੋਲਦਾ। ਮਜੀਠੇ ਜਾ ਕੇ ਵੇਖ ਲਓ, ਲੋਕਾਂ ਨੂੰ ਮੇਰਾ ਕੰਮ ਦਾ ਪਤਾ। ਇਹਦੇ ਵਾਂਗੂ ਭਗੌੜਾ ਨਹੀਂ, ਇਹਦੇ ਵਾਂਗੂ ਇਹ ਨਹੀਂ ਕਿ ਜਿਹਦੀ ਸਰਕਾਰ ਆ ਉਹਦੇ 'ਚ ਹਿੱਸੇਦਾਰ। ਵੇਖੋ, ਵਜ਼ੀਰੀਆ ਮੂੰਹ ਮੰਗ ਕੇ ਲੈਂਦਾ, ਪ੍ਰਧਾਨਗੀਆਂ ਮੂੰਹ ਮੰਗੀਆਂ ਲੈਂਦਾ, ਤੇ ਫਿਰ ਮਾਡਲ ਦੀ ਗੱਲ ਕਰਦਾ। ਤੇਰਾ ਮਾਡਲ ਤਾਂ ਕੱਲਾ ਧੋਖੇ ਦਾ ਹੈ, ਫਰੇਬ ਦਾ ਹੈ, ਚੀਟਿੰਗ ਦਾ। ਤੁਸੀਂ ਸੁਣ ਰਹੇ ਸੀ ਵਿਕਰਮਜੀਤ ਸਿੰਘ ਮਜੀਠੀਆ। ਖੈਰ, ਮਾਡਲ ਤੇ ਵੀ ਸਵਾਲ ਚੱਕੇ ਤੇ ਆਪਣੇ ਕੰਮ ਦੇ ਬੂਤੇ ਤੇ ਕਹਿੰਦੇ ਮਜੀਠੀਆ ਜਾ ਕੇ ਦੇਖੋ, ਮੇਰਾ ਕੰਮ ਦੇਖੋ ਤੇ ਪਤਾ ਲੱਗ ਜੂਗਾ ਕਿ ਮੈਂ ਕੀ ਕੁਝ ਕਰਦਾ। ਕਿਵੇਂ ਦੇਖਦੇ ਹੋ ਪੱਟੀ ਜੀ ਕਿ ਇੱਧਰ ਤਾਂ ਉਹਨਾਂ ਨੇ ਪੰਜਾਬ ਮਾਡਲ ਦੀ ਵੀ ਗੱਲ ਕਰਤੀ ਕਿ ਪੰਜਾਬ ਮਾਡਲ ਦੇਖ ਲਓ ਕਿ ਇਹ ਤਾਂ ਭੱਜਿਆ ਫਿਰਦਾ ਤੇ ਇਹ ਸਾਰੀਆਂ ਚੀਜ਼ਾਂ। ਵੈਸੇ ਖੈਰ, ਤੁਹਾਨੂੰ ਲੱਗਦਾ ਕਿ ਇਹ 3 ਦਿਨ ਦੀ ਰਾਹਤ ਵਾਕਈ ਅੱਗੇ ਹੋਰ ਵੱਧ ਸਕਦੀ ਹੈ? ਕਿਉਂਕਿ ਮੈਨੂੰ ਤਾਂ ਸਮਝ ਇਹ ਲੱਗਦੀ ਹੈ ਕਿ ਸ਼ਾਇਦ ਸਿਰਫ ਨਾਮਜ਼ਦਗੀ ਭਰਨ ਲਈ ਹੀ ਮੋਹਲਤ ਦਿੱਤੀ ਹੋਣੀ ਹੈ, ਚਾਹੇ ਉਹ ਖਹਿਰਾ ਜੀ ਹੋਣ ਚਾਹੇ ਇੱਧਰ, ਤੇ ਉਹਨੂੰ ਧਿਆਨ 'ਚ ਰੱਖਦੇ ਹੋਏ ਦਿੱਤੀ। ਬਾਕੀ ਦੇਖਦੇ ਹਾਂ ਵੀ ਆਉਣ ਵਾਲੇ ਟਾਈਮ 'ਚ ਹੁਣ 3 ਦਿਨ ਰਹਿ ਕਿੰਨੇ ਕੁ ਗਏ।
ਜਿੱਥੋਂ ਤੱਕ ਇਹਨਾਂ ਦੀ ਨਾਮਜ਼ਦਗੀ ਦੀ ਗੱਲ ਆ ਜੀ, ਠੀਕ ਹੈ, ਨਾਮਜ਼ਦਗੀ ਦੇਤੀ, ਭਰਨ ਵਾਸਤੇ ਸਮਾਂ ਨੂੰ ਕੋਈ ਗੱਲ ਨਹੀਂ, ਅਸੀਂ ਕਹਿੰਦੇ ਹੋਰ ਸਮਾਂ ਮਿਲ ਜੇ, ਕੋਈ ਗੱਲ ਨਹੀਂ। ਜਿਹੜੀ ਧਾਰਾ 37 ਇਹ ਆ, ਉਹਦਾ ਬਕਾਇਦਾ ਤੌਰ ਤੇ ਹਵਾਲਾ ਬੀਬੀ ਲੀਜ਼ਾ ਗਿੱਲ, ਜਸਟਿਸ ਲੀਜ਼ਾ ਗਿੱਲ ਨੇ ਆਪਣੀ ਜੱਜਮੈਂਟ 'ਚ ਦਿੱਤਾ ਵਾ। ਕੀ ਲਿਖਿਆ ਉਹਨੇ? ਉਹ ਕਹਿੰਦੀ ਵੀ ਇੱਕ ਸੈਂਟਰ ਗਵਰਨਮੈਂਟ ਬਨਾਮ ਵਰਸਸ ਮੁਹੰਮਦ ਨਵਾਜ਼ ਖਾਨ ਕੇਸ ਆਇਆ ਸੀਗਾ। ਇੱਕ ਦੂਸਰਾ ਕੇਸ ਆਇਆ ਸੀ ਬਕਾਇਦਾ ਤੌਰ ਤੇ ਸਟੇਟ ਆਫ ਕੇਰਲਾ ਵਰਸਸ ਰਕੇਸ਼ ਕੁਮਾਰ। ਇਹ ਦੋਵੇਂ ਕੇਸ NDPC ਐਕਟ ਦੇ ਸੀ, 37A ਦੇ ਤਹਿਤ ਮੁਕੱਦਮੇ ਦਰਜ ਹੋਏ ਸੀਗੇ। ਸੁਪਰੀਮ ਕੋਰਟ ਦੇ ਬੈਂਚ ਨੇ ਇੰਨੀ ਗੱਲ ਕਹਿਤੀ ਸੀ ਵੀ ਇਹਨਾਂ ਲੋਕਾਂ ਨੂੰ 37A ਦੇ ਵਿੱਚ NDPC ਐਕਟ ਦੇ ਵਿੱਚ ਜਿਹੜੀ ਉਹ ਬੇਲ ਨਹੀਂ ਦਿੱਤੀ ਜਾ ਸਕਦੀ। ਇਹ ਬਕਾਇਦਾ ਤੌਰ ਤੇ ਦੋਵੇਂ ਹਾਲੇ ਬੀਬੀ ਲੀਜ਼ਾ ਗਿੱਲ ਨੇ ਆਪਣੀ ਜੱਜਮੈਂਟ 'ਚ ਦਿੱਤੇ ਆ। ਔਰ ਜਦੋਂ ਇਹ ਹਵਾਲੇ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਜਾਣਗੇ ਤੇ ਸੁਪਰੀਮ ਕੋਰਟ ਨੂੰ ਵੀ ਪਤਾ ਇਸ ਗੱਲ ਦਾ ਵੀ ਜੇ ਇਸ ਕੇਸ 'ਚ ਇੱਕ ਬੇਲ ਦਿੱਤੀ ਗਈ ਤੇ ਘੱਟੋ ਘੱਟ 200-250 ਬੰਦੇ ਦੀ ਲਾਈਨ ਲੱਗ ਜੀ ਵੀ ਸਾਨੂੰ ਵੀ ਬੇਲ ਦੇਵੇ। ਇਹਦੇ 'ਚ ਸਾਨੂੰ ਕਿਉਂ ਨਹੀਂ ਬੇਲ ਦਿੰਦੇ ਜਿਹੜੇ ਬੰਦੇ ਅੰਦਰ ਬੰਦ ਨੇ? ਜਿਹੜੀ ਗੱਲ ਤੁਸੀਂ ਕੀਤੀ ਆ, ਇੰਜ ਲੱਗਦਾ, ਮੈਂ ਤਾਂ ਤੁਹਾਨੂੰ ਕਾਨੂੰਨ ਦੱਸਦੇ ਜੋ ਕੁਛ ਪਿੱਛੇ ਜੱਜਮੈਂਟਾਂ ਆਈਆਂ ਸੁਪਰੀਮ ਕੋਰਟ ਦੀਆਂ, ਹੁਣ ਫੈਸਲਾ ਸੁਪਰੀਮ ਕੋਰਟ ਨੇ ਕਰਨਾ। ਤੁਹਾਨੂੰ ਸ਼ਾਇਦ ਇਹ ਨਹੀਂ ਪਤਾ ਹੋਏਗਾ ਜਿਹੜੀ ਇਹਨਾਂ ਦੀ ਅਰੈਸਟ ਤੇ ਰੋਕ ਲੱਗੀ ਆ, ਲਿਖਤੀ ਪ੍ਰਤੀ ਨਹੀਂ ਲੱਗੀ, ਜ਼ਬਾਨੀ ਕਲਾਮੀ ਰੋਕ ਲੱਗੀ ਇਹਨਾਂ ਦੀ ਅਰੈਸਟ ਦੇ ਉੱਤੇ। ਕਿਹਾ ਗਿਆ ਵਾ ਵੀ ਤੁਸੀਂ ਇਹਨਾਂ ਨੂੰ ਅਰੈਸਟ ਜਿਹੜਾ ਵਾ ਉਹ 31 ਤੱਕ ਨਹੀਂ ਕਰਨਾ, 31 ਨੂੰ ਅਸੀਂ ਸੁਣਵਾਈ ਕਰਾਂਗੇ ਤੇ ਫਿਰ ਵੇਖਾਂਗੇ ਕੀ ਕਰਨਾ ਕੀ ਨਹੀਂ ਕਰਨਾ। ਤੇ ਚਿਦੰਬਰਮ ਸਾਹਿਬ ਜਿਹੜੇ ਪੰਜਾਬ ਸਰਕਾਰ ਵੱਲੋਂ ਵਕੀਲ ਪੇਸ਼ ਹੋਏ ਸੀਗੇ, ਉਹਨਾਂ ਕਿਹਾ ਜੀ ਫਿਰ ਤੁਸੀਂ ਲਿਖਤੀ ਆਰਡਰ ਨਾ ਜਾਰੀ ਕਰੋ ਕੋਈ, ਅਸੀਂ ਸਰਕਾਰ ਨੂੰ ਕਹਿ ਦਿੰਦੇ ਹਾਂ। ਉਹਨੇ ਕਿਹਾ ਨਹੀਂ ਕਰਦੇ, ਇਹ ਜ਼ਬਾਨੀ ਆਰਡਰ, ਲਿਖਤੀ ਆਰਡਰ ਨਹੀਂ ਕਿ ਜਿੱਦਾਂ ਕੋਈ ਵੇ ਨੇ ਵੀ ਜਿਹੜੀ ਛੂਟ ਦਿੱਤੀ ਜਾਂਦੀ ਆ। ਹੁਣ ਇਹ 31 ਤਰੀਕ ਦੱਸੂਗੀ ਵੀ ਜਿਹੜੀ ਜੱਜਮੈਂਟ ਆ ਉੱਤੇ ਜਿਹੜੇ ਸਾਡੇ ਚੀਫ ਜਸਟਿਸ ਆ ਉਹ ਕੀ ਕਰਦੇ ਨੇ। ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ 3 ਦਿਨ ਪਹਿਲਾਂ ਬਕਾਇਦਾ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਹੀ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਇੰਨੀ ਗੱਲ ਕੀਤੀ ਸੀ ਵੀ 1-2 ਦਿਨਾਂ 'ਚ ਬੇਲ ਮਿਲ ਜੇਗੀ ਮਜੀਠੀਆ ਨੂੰ। ਇਹਦਾ ਮਤਲਬ ਵੀ ਉਹਨਾਂ ਕੋਈ ਪ੍ਰਬੰਧ ਸਰਕਾਰ ਤੱਕ ਕਰ ਲਿਆ। ਮੁੜ ਕੇ ਉਹ ਦੂਜੇ ਪਾਸੇ ਆ ਗਏ, ਨਹੀਂ ਜੀ ਵੇਖੋ ਜੀ ਬੇਲ ਮਿਲੇ ਨਾ ਮਿਲੇ ਉਹ ਤਾਂ ਕਾਨੂੰਨ ਦੀ ਗੱਲ ਆ, ਇਹ ਤੁਹਾਨੂੰ ਜੰਗ ਆਪ ਲੜਨੀ ਪੈਣੀ ਆ। ਮਜੀਠੀਆ ਸਾਹਿਬ ਨਾ ਵੀ ਉਹ ਤੁਹਾਨੂੰ ਲੜਨੀ ਪੈਣੀ ਜੰਗ, ਤੁਸੀਂ ਮਜੀਠੀਆ ਤੇ ਬੜੇ ਪਿਆਰ ਕਰਦੇ, ਬੜਾ ਕੁਛ ਕਿਹਾ ਮੁੜ ਕੇ ਉਹਨਾਂ ਨੇ, ਲੇਕਿਨ ਉਹਨਾਂ ਦੇ ਵੱਲੋਂ ਸੱਚਾਈ ਨਿਕਲ ਗਈ। ਪਹਿਲਾਂ ਵੀ ਇਹ ਚਰਚਾ ਸੀਗੀ ਵੀ ਸਿਮਰਤ ਇਰਾਨੀ ਨੇ ਪਹਿਲਾਂ ਇਹਨਾਂ ਨੂੰ ਛੋੜ ਦਵਾਈ ਸੀ 3-4 ਦਿਨ ਦੀ, ਲੇਕਿਨ ਜਸਟਿਸ ਲੀਜ਼ਾ ਗਿੱਲ ਸਖਤ ਬਹੁਤ ਆ, ਕਾਨੂੰਨੀ ਕਾਰਵਾਈ ਬਹੁਤ ਤਰੀਕੇ ਨਾਲ ਕਰਦੀ ਹੈ, ਸਲੀਕੇ ਨਾਲ ਕਰਦੀ ਹੈ। ਜਿਹੜੇ ਸੈਸ਼ਨ ਜੱਜ ਨੇ ਇਹਨਾਂ ਦੀ ਬੇਲ ਰਿਜੈਕਟ ਕੀਤੀ ਆ, ਜਿਹੜੇ ਮੋਤੀ ਉਹਨੇ ਪਰਾਏ ਅਸੀਂ ਇੱਕ ਪੁਆਇੰਟ ਦੇ ਕੇ, ਉਹ ਵੀ ਬੜੇ ਖਤਰਨਾਕ ਨੇ। ਹੁਣ 2 ਕੋਰਟਾਂ ਨੇ ਇਹਨਾਂ ਦੀ ਬੇਲ ਰੱਦ ਕਰਤੀ। ਸੁਪਰੀਮ ਕੋਰਟ ਜੇ ਬੇਲ ਦੇਊਗੀ ਤੇ ਬੜਾ ਕੁਝ ਸੋਚ ਕੇ ਦੇਊਗੀ, ਫਿਰ ਇਹ ਵੀ ਸੋਚੂਗੀ ਵੀ ਜਿਹੜਾ 200-250 ਬੰਦਾ ਹੋਰ ਜੇਲ੍ਹਾਂ 'ਚ ਬੈਠਾ ਉਹ ਸਾਰੇ ਸਾਡੇ ਕੋਲ ਆਉਣਗੇ ਬੇਲ ਦਿਓ, ਉਹਨਾਂ ਦਾ ਅਸੀਂ ਕੀ ਸੋਚਣਾ ਵਾ। ਤੇ ਮਜੀਠੀਆ ਸਾਹਿਬ ਜੇ ਕਹਿੰਦੇ ਬੇਲ ਮਿਲ ਜੀ, ਚੰਗੀ ਗੱਲ ਹੈ, ਬੇਲ ਮਿਲ ਜਾਣੀ ਚਾਹੀਦੀ ਆ, ਲੇਕਿਨ ਹਾਲੇ ਤੱਕ ਉਹਨੂੰ ਲਿਖਤੀ ਪ੍ਰਤੀ ਕੋਈ ਬੇਲ ਨਹੀਂ ਜੀ ਮਿਲੀ। ਇਹ ਤੁਹਾਨੂੰ ਦੱਸ ਦਿਆਂ ਜੀ। ਪੱਟੀ ਜੀ, ਉਧਰ ਸੁਖਪਾਲ ਖਹਿਰਾ ਜੀ ਵੀ ਬਾਹਰ ਆਏ ਨੇ ਤੇ ਬਾਹਰ ਆਂਦੇ ਹੀ ਉਹਨਾਂ ਨੇ ਨਿਸ਼ਾਨੇ ਸਾਧੇ ਨੇ, ਕਹਿੰਦੇ ਕਾਂਗਰਸ ਦੇ ਕੁਝ ਲੋਕ ਜਲਦੀ ਕਹਿੰਦੇ ਖੁਲਾਸਾ ਕਰਾਂਗਾ ਤੇ ਕੇਜਰੀਵਾਲ ਦੇ ਕੁਝ ਲੋਕ ਇਹਨਾਂ ਨੇ ਮੇਰੇ ਖਿਲਾਫ ਬੜੀ ਸਾਜ਼ਿਸ਼ ਰਚੀ ਹੈ ਤੇ ਹੋਰ ਬੜੇ ਖੁਲਾਸੇ ਕਰਨੇ ਹੈ। ਤੇ ਖੈਰ ਹੁਣ ਸਿਆਸਤਦਾਨ ਜਿਹੜੇ ਵੀ ਨੇ ਖੁਲਾਸਿਆਂ 'ਚ ਬੜਾ ਵਿਸ਼ਵਾਸ ਕਰਦੇ ਨੇ, ਲੱਗਦਾ ਕਿ ਵੋਟਾਂ ਨੇੜੇ ਨੇ ਤਾਂ ਖੁਲਾਸੇ ਹੀ ਬੜੇ ਹੋਣੇ ਨੇ, ਉਸ ਤੇ ਵੀ ਚਰਚਾ ਕਰਾਂਗੇ। ਪਹਿਲਾਂ ਉਹ ਸੁਣ ਲੈਂਦੇ ਆ ਕਿ ਖਹਿਰਾ ਜੀ ਨੇ ਕੀ ਕਿਹਾ। ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਮੈਂ ਬਾਹਰ ਆਇਆ ਵਾਂ। ਬਹੁਤ ਸਾਰੇ ਦੁਨੀਆ ਭਰ ਦੇ ਚੰਗੇ ਲੋਕਾਂ ਨੇ ਅਰਦਾਸ ਕੀਤੀ ਹੈ, ਮੇਰੇ ਆਪਣੇ ਹਲਕੇ ਦੇ ਲੋਕਾਂ ਨੇ ਬਹੁਤ ਭੁਲਾਥ ਵਾਲਿਆਂ ਲੋਕਾਂ ਨੇ ਅਰਦਾਸਾਂ ਕੀਤੀਆਂ। ਮੈਂ ਆਪਣੀ ਪਾਰਟੀ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਤੇ ਇੰਨਾ ਕੌਨਫੀਡੈਂਸ ਰੱਖਿਆ ਕਿ ਮੇਰੇ ਤੇ ਇੱਕ ਈਡੀ ਦਾ ਐਡਾ ਸਨਸਨੀਖੇਜ਼ ਕੇਸ ਬਣਾਇਆ ਸੀ ਈਡੀ ਨੇ ਆਪਣੇ ਵੱਲੋਂ। ਕਾਂਗਰਸ ਨੇ, ਹਾਈ ਕਮਾਂਡ ਨੇ, ਰਾਹੁਲ ਗਾਂਧੀ ਜੀ ਨੇ ਸਪੈਸ਼ਲੀ
ਔਰ ਸਾਡੇ ਪਾਰਟੀ ਦੀ ਲੀਡਰਸ਼ਿਪ ਨੇ, ਪੰਜਾਬ ਵਾਲਿਆਂ ਨੇ ਮੇਰੇ ਤੇ ਭਰੋਸਾ ਕੀਤਾ ਕਿ ਮੈਨੂੰ ਅੰਦਰ ਬੈਠਿਆਂ ਨੂੰ ਉਹਨੇ ਨੋਮੀਨੇਟ ਕੀਤਾ ਐਜ਼ ਅ ਕੈਂਡੀਡੇਟ। ਇਸ ਕਰਕੇ ਮੈਂ ਸਾਰੀ ਦੁਨੀਆ ਦਾ ਧੰਨਵਾਦ ਕਰਦਾ ਵਾਂ। ਔਰ ਜੇਲ੍ਹ ਜਾਣਾ ਜਿਹੜਾ ਹੈ ਨਾ, ਇਹ ਵੀ ਇੱਕ ਮੈਂ ਸਮਝਦਾ ਕਿ ਕੀ ਕਹਿੰਦੇ ਹੁੰਦੇ ਆ ਕਿ ਅੱਜ ਦੇ ਯੁੱਗ ਵਿੱਚ ਪੋਲੀਟੀਕਲ ਲੋਕਾਂ ਵਾਸਤੇ ਇਹ ਇੱਕ ਕਿਸਮ ਦਾ ਮੈਂ ਕਹਿੰਦਾ ਵਾਂ ਕਿ ਪਰਖ ਦੀ ਘੜੀ ਸੀਗੀ। ਔਰ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ, ਮੈਂ ਹੁਣ ਚੰਡੀਗੜ੍ਹ ਬੈਠ ਕੇ ਡਿਟੇਲਡ ਮੀਡੀਆ ਨੂੰ 4 ਵਜੇ ਐਡਰੈਸ ਕਰਨਾ, ਉੱਥੇ 3:30 4 ਵਜੇ ਮੈਂ ਸਾਰੇ ਤੱਥ ਪੇਸ਼ ਕਰਨੇ ਨੇ, ਕਿਸ ਤਰ੍ਹਾਂ ਮੈਂ ਬੇਗੁਨਾਹ ਵਾਂ ਔਰ ਕਿਸ ਤਰ੍ਹਾਂ ਮੇਰੇ ਤੇ ਬਿਲਕੁਲ ਬੇਬੁਨਿਆਦ ਮਨ ਘੜਤ ਝੂਠਾ ਸਿਆਸਤ ਤੋਂ ਪ੍ਰੇਰਿਤ, ਕਹਿੰਦੇ ਤਾਂ ਸਾਰੀ ਦੁਨੀਆ ਕਹਿੰਦੀ, ਮੈਂ ਪ੍ਰੂਵ ਕਰੂੰਗਾ, ਇੱਕ ਇੱਕ ਤੱਥ ਮੇਰੇ ਕੋਲ ਆ। ਉਹਦੇ 'ਚ ਜਿਸ ਢੰਗ ਦੇ ਨਾਲ ਬੀਜੇਪੀ ਨੇ ਇੱਕ ਕਨਸਪੀਰੇਸੀ ਹੈਚ ਕੀਤੀ, ਉਹਦੇ 'ਚ ਸਾਡੀ ਪਾਰਟੀ ਆਪਣੀ ਦੇ ਜਿਹੜੇ ਕੁਝ ਦਾਗੀ ਬੰਦੇ ਨੇ ਉਹ ਇਨਵੋਲਵ ਸੀਗੇ। ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਜਿਹੜਾ ਸਕੱਤਰ ਸੀ ਪੰਕਜ ਗੁਪਤਾ, ਉਸਨੇ ਝੂਠਾ ਬਿਆਨ ਦਿੱਤਾ ਮੇਰੇ ਖਿਲਾਫ ਫੋਰਨ ਫੰਡਿੰਗ ਨੂੰ ਲੈ ਕੇ, ਮੈਨੂੰ ਬਾਹਰ ਵਿਦੇਸ਼ ਵਿੱਚ ਭੇਜ ਕੇ ਇਹਨਾਂ ਨੇ 1.5-2 ਕਰੋੜ ਰੁਪਈਆ 2016 ਵਿੱਚ ਇਕੱਠਾ ਕੀਤਾ, ਜਿਹੜਾ ਕਿ ਕੇਜਰੀਵਾਲ ਦੇ ਖਾਤਿਆਂ ਵਿੱਚ ਗਿਆ ਵਾਪਸ ਆਮ ਆਦਮੀ ਪਾਰਟੀ 'ਚ। ਇਹਨਾਂ ਨੇ ਸਾਰਿਆਂ ਨੇ ਇਹ ਤਿਕੜੀ ਨੇ ਰਲ ਕੇ ਪੱਟੀ ਸੁਣਿਆ ਤੁਸੀਂ, ਕਹਿੰਦੇ ਵੀ ਇਹਨਾਂ ਸਾਰਿਆਂ ਨੇ ਰਲ ਕੇ ਕਹਿੰਦੇ ਵੀ ਮੇਰੇ ਖਿਲਾਫ ਇਹ ਸਾਰੀਆਂ ਚੀਜ਼ਾਂ ਕੀਤੀਆਂ। ਕਿਵੇਂ ਦੇਖਦੇ ਹੋ ਸੁਖਪਾਲ ਖਹਿਰਾ ਨੂੰ? ਆਖਿਰਕਾਰ ਚਲੋ ਬਾਹਰ ਤਾਂ ਆਏ। 9 ਮਾਰਚ 2021 ਨੂੰ ਇੱਕ ਕੇਸ ਦੇ ਵਿੱਚ ਇਨਵੋਲਵ ਕੀਤਾ ਜਾਂਦਾ ਵਾ, ਫਾਜ਼ਿਲਕਾ ਦਾ ਕੇਸ ਹੁੰਦਾ, ਉਹਦੇ ਵਿੱਚ ਇਹਨਾਂ ਨੂੰ ਇਨਵੋਲਵ ਕੀਤਾ ਜਾਂਦਾ ਤੇ ਇਹ ਬੜੇ ਪਰੇਸ਼ਾਨ ਹੁੰਦੇ ਤੇ ਇਹਨਾਂ ਨੂੰ ਥੱਲੇ ਕਿਤੋਂ ਰਾਹਤ ਨਹੀਂ ਮਿਲਦੀ, ਸੁਪਰੀਮ ਕੋਰਟ ਚੋਂ ਰਾਹਤ ਮਿਲਦੀ ਵੀ ਇਸ ਬੰਦੇ ਦਾ ਤਾਂ ਐਫਏ 'ਚ ਨਾ ਹੀ ਨਹੀਂ ਹੈਗਾ ਤੇ ਤੁਸੀਂ ਕੋਲ ਟੰਬੀ ਫਿਰਦੇ ਤੁਸੀਂ ਨਾ। ਮੁੜ ਕੇ ਜਿਹੜੀ ਬੀਜੇਪੀ ਆ, ਇਹਨਾਂ ਨੇ ਬੀਜੇਪੀ ਦੇ ਬਾਅਦ ਧੂਆਂ ਤਾਂ ਪ੍ਰਚਾਰ ਕੀਤਾ ਤੇ ਬੀਜੇਪੀ ਦੇ ਕੋਲੇ 3 ਜਿਹੜੇ ਨੇ ਉਹ ਸ਼ੇਰ ਨੇ, ਇੱਕ ਇਨਕਮ ਟੈਕਸ, ਇੱਕ ਈਡੀ ਤੇ ਇੱਕ ਸੀਬੀਆਈ। ਜੇ ਪਿੰਜਰੇ ਦੇ ਤੋਤੇ ਕਲੀ ਤੋਂ ਕਿਤ ਕਥਨੀ ਨਹੀਂ ਹੋਊਗੀ। ਤੁਹਾਨੂੰ ਪਤਾ ਹੋਏਗਾ 2012 ਕੇ 13 ਦੇ ਵਿੱਚ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਨੇ ਝਾੜ ਪਾਈ ਸੀ ਸੀਬੀਆਈ ਨੂੰ ਵੀ ਤੁਹਾਨੂੰ ਅਸੀਂ ਕਰਨ ਵਾਸਤੇ ਕੁਛ ਕਹਿੰਦੇ, ਤੁਸੀਂ ਕਰਕੇ ਕੁਛ ਹੋਨੇ ਹੋ, ਤੁਸੀਂ ਕੇਂਦਰ ਸਰਕਾਰ ਦੇ ਜਿਹੜੇ ਉਹ ਪਿੰਜਰੇ ਦੇ ਤੋਤੇ ਹੋ, ਤੁਸੀਂ ਉਹਨਾਂ ਦੀ ਭਾਸ਼ਾ ਬੋਲਦੇ ਹੋ, ਕਾਨੂੰਨ ਦੀ ਭਾਸ਼ਾ ਨਹੀਂ ਬੋਲਦੇ ਤੁਸੀਂ। ਇਹ ਵੀ ਪਿੰਜਰੇ ਦੇ ਤੋਤੇ ਨੇ। ਇਹ ਜਿਹੜਾ ਵੀ ਬੰਦਾ ਮਾੜਾ ਮੋਟਾ ਬੋਲਦਾ ਉਹਦੇ ਤੇ ਰੇਡ ਕਰਾ ਦਿੰਦੇ ਆ। ਕਸੂਰ ਕੀ ਸੀਗਾ? ਕਿਹਾ ਕੀ ਇਹਨੂੰ ਗਿਆ? ਕਿਹਾ ਗਿਆ ਵੀ ਇੱਕ ਗੁਰਦੇਵ ਸਿੰਘ ਨਾਂ ਦਾ ਸਰਪੰਚ 2015 'ਚ ਫੜਿਆ ਜਾਂਦਾ ਵਾ ਬਕਾਇਦਾ ਤੌਰ ਤੇ ਵੀ ਨਸ਼ਿਆਂ ਦੇ ਵਿੱਚ। ਇਹ ਕਹਿੰਦੇ ਆ ਵੀ 2015 ਤੋਂ ਲੈ ਕੇ ਤੇ 2020 ਤੱਕ ਤੈਨੂੰ ਉਹਨੇ ਘੱਟੋ ਘੱਟ ਕਰੋੜਾਂ ਰੁਪਏ ਦਿੱਤੇ ਆ। 3 ਕਰੋੜ 82 ਲੱਖ ਦਾ ਖਰਚਾ ਕੱਢਦੇ ਆ। ਬਕਾਇਦਾ ਤੌਰ ਤੇ ਇਹ ਦੱਸਦਾ ਵੀ ਆਹ ਵੇਖੋ ਜੀ 2 ਕਰੋੜ ਰੁਪਇਆ ਮੇਰਾ ਲੋਨ ਆ, ਜਿਹੜਾ ਮੈਂ ਐਗਰੀਕਲਚਰ ਲੋਨ ਲਿਆ, ਤੇ ਜਿਹੜਾ 1 ਕਰੋੜ ਜਿਹੜਾ ਤੁਸੀਂ ਬਾਕੀ ਕਹਿੰਦੇ ਇਹ ਮੇਰੀ ਆਪਣੀ ਖੇਤੀ ਦੀ ਇਨਕਮ ਹੈ ਕਿ ਮੇਰੇ ਕੋਲ ਵੱਡੀ ਜ਼ਮੀਨ ਆ, ਮੈਂ ਵੱਡਾ ਫਾਰਮਰ। ਹੁਣ ਉਹ ਇੰਨੀ ਗੱਲ ਕਹਿੰਦੇ ਵੀ ਨਹੀਂ, ਇਹ ਗਲਤ ਆ। ਜਿਹੜੇ ਤੂੰ ਆਪਣੇ 2 ਬੱਚਿਆਂ ਦੇ ਕਰੋੜਾਂ ਰੁਪਏ ਖਰਚ ਕੀਤੇ ਉਹ ਦੱਸ ਕਿੱਥੋਂ ਕੀਤੇ ਆ? ਕਹਿੰਦਾ ਮੈਂ ਦੱਸਾਂ ਤੁਹਾਨੂੰ ਡਿਆ, ਲੇਕਿਨ ਉਹਨਾਂ ਨੇ ਕਹਿ ਦਿੱਤਾ ਵੀ 3 ਕਰੋੜ 82 ਲੱਖ ਦਾ ਇਹਨੇ ਘਪਲਾ ਕੀਤਾ, ਇਹਨੂੰ ਵਿਦੇਸ਼ਾਂ ਤੋਂ ਪੈਸੇ 2 ਨੰਬਰ ਦੇ ਆਏ ਆ, ਫਲਾਣੇ ਆਏ, ਢੀਂਗੜੇ ਆਏ, ਬੜਾ ਕੁਛ ਕਿਹਾ ਉਹਨਾਂ ਨੇ। ਹੁਣ ਈਡੀ ਨੇ ਤੇ ਆਪਣਾ ਚਲਾਨ ਪੇਸ਼ ਕਰਤਾ, ਉਹ ਚਲਾਨ ਦਾ ਕੀ ਬਣੂ ਕੋਈ ਪਤਾ ਨਹੀਂ। 78 ਦਿਨ ਖਹਿਰਾ ਸਾਹਿਬ ਜੇਲ੍ਹ 'ਚ ਰਹੇ ਨੇ। ਜਿਹੜੀ ਗੱਲ ਉਹਨਾਂ ਕਹੀ ਆ ਵੀ ਇਹ ਵੀ ਜ਼ਰੂਰੀ ਹੈ ਕਿ ਪੋਲੀਟੀਕਲ ਬੰਦਾ ਜਿਹੜਾ ਜੇਲ੍ਹ ਜਾਣਾ ਜ਼ਰੂਰੀ ਦੇ ਵਾਸਤੇ ਪਤਾ ਲੱਗੇ ਜੇਲ੍ਹ ਦੀ ਲਾਈਫ ਕਿੱਦਾਂ ਦੀ ਹੁੰਦੀ ਹੈ। ਤੇ ਨਾਲ ਉਹਨਾਂ ਇਹ ਵੀ ਗੱਲ ਕਹੀ ਸੀਗੀ ਕਿ ਜੇਲ੍ਹ ਦੇ ਵਿੱਚ ਡੰਗਰ ਨਹੀਂ ਬੰਦੇ ਹੀ ਜਾਂਦੇ, ਤੇ ਫਿਰ ਕੀ ਹੋਇਆ? ਫਿਰ ਕੀ ਹੈ? ਉੱਥੋਂ ਕੁਝ ਸਿੱਖ ਕੇ ਆਏ ਹੋਵਾਂਗੇ, ਕੋਈ ਗੱਲ ਨਹੀਂ। ਇਸ ਕਰਕੇ ਉਹ ਕਹਿੰਦੇ ਮੈਂ ਸਾਰੇ ਖੁਲਾਸੇ ਕਰੂੰਗਾ। ਉਹ ਕਹਿੰਦੇ ਜੇ ਕਿਤੇ ਕਾਂਗਰਸ ਪਾਰਟੀ ਮੇਰੇ ਹੱਕ ਦੇ ਵਿੱਚ ਮੋਰਚਾ ਲਾ ਦਿੰਦੀ ਤੇ ਕੇਂਦਰ ਸਰਕਾਰ ਦੀਆਂ ਜਿਹੜੀਆਂ ਸੀ ਉਹ ਬੈਠਕਾਂ ਨਿਕਲ ਜਾਣੀਆਂ ਸਾਰੀਆਂ, ਲੇਕਿਨ ਉਸ ਤਰੀਕੇ ਨਾਲ ਜੰਗ ਨਹੀਂ ਲੜੀਗੀ ਜਿੱਦਾਂ ਲੜੀ ਜਾਣੀ ਚਾਹੀਦੀ ਸੀ। ਇਸ ਕਰਕੇ ਮੈਨੂੰ ਮਲਾਲ ਕੋਈ ਨਹੀਂ ਜੇਲ੍ਹ ਜਾਣ ਦਾ, ਕੋਈ ਮਲਾਲ ਨਹੀਂ ਮੈਨੂੰ ਹੈਗਾ, ਲੇਕਿਨ ਮੈਂ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰੂੰਗਾ
ਜੇ ਮੈਂ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਕੀਤੀਆਂ ਤੇ ਆਪਣੀ ਇਨਕਮ ਚੋਂ ਕੀਤੀਆਂ, ਮੈਂ ਕਿਤੋਂ ਕੋਈ ਪੈਸਾ ਨਹੀਂ ਲਿਆ। ਮਨੀ ਲਾਂਡਰਿੰਗ ਦੀ ਗੱਲ ਕਰਦੇ ਹੋ, ਮਨੀ ਲਾਂਡਰਿੰਗ ਜਾ ਕੇ ਕੇਜਰੀਵਾਲ ਨੂੰ ਪੁੱਛੋ। ਵਿਦੇਸ਼ਾਂ 'ਚ ਮੇਰੀਆਂ 16 ਇਹਨਾਂ ਮੀਟਿੰਗਾਂ ਕਰਾਈਆਂ, ਮੈਂ ਜਾ ਕੇ ਪਾਰਟੀ ਦੀ ਗੱਲ ਕੀਤੀ, ਉੱਥੇ ਟੇਬਲ ਇਹਨਾਂ ਲੱਗਾ ਹੁੰਦਾ ਸੀ, ਪੈਸੇ ਇਕੱਠੇ ਕਰਦੇ ਸੀ। ਮੈਂ ਕੋਈ ਨਹੀਂ ਪੈਸਾ ਲਿਆ। ਮੈਂ ਆਪਣੇ ਨੂੰ ਦੋ ਸਾਬਤ ਕਰੂੰਗਾ ਤੇ ਮੈਂ ਜੰਗ ਲੜੂੰਗਾ ਆਪਣੇ ਦੱਸ ਕੇ ਜਾ ਕੇ ਭਲੱਥ ਦੇ ਵਿੱਚੋਂ ਜੀ। ਖੈਰ ਬਹੁਤ ਬਹੁਤ ਧੰਨਵਾਦ ਪੱਟੀ ਜੀ। ਕੱਲ ਫਿਰ ਇਸੇ ਟਾਈਮ ਮਿਲਾਂਗੇ ਤੇ ਦੇਖਾਂਗੇ ਵੀ ਤੁਹਾਡੀ ਨਜ਼ਰ ਤੋਂ ਸਿਆਸਤ ਕਿਹੜੇ ਪਾਸੇ ਜਾ ਰਹੀ ਹੈ ਤੇ ਕਿਹੋ ਜਿਹੇ ਰੰਗ ਸਿਆਸਤ ਤੇ ਚੜ ਰਹੇ ਨੇ। ਮੈਨੂੰ ਦੋ ਇਜਾਜ਼ਤ, ਕੱਲ ਤੱਕ ਪੱਟੀ ਜੀ, ਧੰਨਵਾਦ। ਸ਼ੁਕਰੀਆ ਸ਼ੁਕਰੀਆ। ਤੁਸੀਂ ਦੇਖ ਰਹੇ ਸੀ ਸਿਆਸਤ ਦੇ ਰੰਗ। ਕੱਲ ਫਿਰ ਇਸੇ ਟਾਈਮ ਤੇ ਫਿਰ ਤੁਹਾਨੂੰ ਦਿਖਾਵਾਂਗੇ, ਕਿਉਂਕਿ ਅੱਜ ਜੇ ਇਹ ਭਖਦੇ ਮੁੱਦੇ ਸੀਗੇ, ਅੱਜ ਇਹਨਾਂ ਦੇ ਦੁਆਲੇ ਸਿਆਸਤ ਘੁੰਮਦੀ ਰਹੀ। ਰੰਗ ਤੁਹਾਡੇ ਸਾਹਮਣੇ ਨੇ, ਕਿਵੇਂ ਸਿਆਸਤਦਾਨ ਦੇ ਰੰਗ ਬਦਲਦੇ ਨੇ, ਕਿਵੇਂ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੈਰ ਕੱਲ ਕਿਹੋ ਜਿਹੀ ਸਿਆਸਤ ਹੋਏਗੀ, ਕਿਹੋ ਜਿਹੇ ਰੰਗ ਦਿਖਾਏਗੀ, ਕੱਲ ਫਿਰ ਇਸੇ ਪ੍ਰੋਗਰਾਮ ਦੇ ਵਿੱਚ ਇਸੇ ਟਾਈਮ ਮਿਲਾਂਗੇ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।